ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਸੁਭਾਗੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੋ ਜੋ ਮਾਈ ਭਾਈ ਪੁੱਜੇ ਹੋਂ, ਸਾਰੇ ਹੀ ਵੱਡਿਆਂ ਭਾਗਾਂ ਵਾਲੇ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ, ਮੁੱਖ ਧਿਆਨ ਰੱਖਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਸ਼ਰਧਾ ਦਾ। ਸਾਰੀਆਂ ਸੰਗਤਾਂ ਨੇ ਆਪੋ ਆਪਣੀ ਵਾਰੀ ਵਿੱਚ ਤਿੰਨਾਂ ਹਿੱਸਿਆਂ ਵਿੱਚ ਬੋਲਣ ਦੀ ਕੋਸ਼ਿਸ਼ ਕਰਨੀ ਹੈ। ਸੁਣਨ ਦਾ ਬੜਾ ਮਹਾਤਮ ਹੈ। ਹਰ ਰੋਜ਼ ਜਪਜੀ ਸਾਹਿਬ, ਸ੍ਰੀ ਆਨੰਦ ਸਾਹਿਬ ਸਾਨੂੰ ਸਰਵਣ ਭਗਤੀ ਦਾ ਜ਼ਿਕਰ ਕਰਦੇ ਨੇ। ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ। ਆਨੰਦ ਸਾਹਿਬ ਜੀ ਦੀ ਬਾਣੀ ਵੀ ਇੱਥੇ ਹੀ ਸਮਾਪਤ ਹੁੰਦੀ ਹੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹਨਾਂ ਦੋਹਾਂ ਤੁਕਾਂ ਨੂੰ ਵਿਚਾਰ ਨਾਲ ਪੜ੍ਹੀਏ ਤਾਂ ਸੁਣਨ ਦਾ ਫਲ ਦੁੱਖਾਂ ਰੋਗਾਂ ਪਾਪਾਂ ਤੱਕ ਰੱਖਿਆ ਮਹਾਰਾਜ ਨੇ। ਜਪਜੀ ਸਾਹਿਬ ਵਿੱਚ ਵੀ ਦੁੱਖ ਪਾਪ ਕਾ ਨਾਸ, ਆਨੰਦ ਸਾਹਿਬ ਵਿੱਚ ਵੀ ਦੁੱਖ ਰੋਗ ਸੰਤਾਪ ਉਤਰੇ। ਪਰ ਜਿਹੜਾ ਰਸਨਾ ਦੁਆਰਾ ਵਾਹਿਗੁਰੂ ਦਾ ਜਸ ਕਰਨਾ ਨਾ, ਕੀਰਤਨ ਵਿੱਚ ਬੋਲਣਾ, ਇਹਦਾ ਫਲ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ। ਨਾਨਕ ਭਵਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਐਡਾ ਵੱਡਾ ਮਹਾਤਮ ਕਿ ਸੰਸਾਰ ਸਮੁੰਦਰ ਨੂੰ ਇਹ ਤਰ ਜਾਣਗੇ ਜੋ ਵਾਹਿਗੁਰੂ ਦਾ ਜਸ ਗਾਉਣਗੇ, ਪਰਮੇਸ਼ਰ ਦੀ ਸਿਫਤ ਕਰਨਗੇ। ਬੜਾ ਇਕੱਠ ਹੁੰਦਾ ਭੋਗਾਂ 'ਤੇ, ਤੁਹਾਡਾ ਸਹਿਜ ਪਾਠ ਹੋਵੇ, ਅਖੰਡ ਪਾਠ ਸਾਹਿਬ ਹੋਵੇ। ਸਮਾਜਿਕ ਤੌਰ 'ਤੇ ਅਸੀਂ ਬੜਾ ਇਕੱਠ ਕਰਦੇ ਹਾਂ। 52 ਸ਼ਲੋਕ ਗੁਰੂ ਤੇਗ ਬਹਾਦਰ ਜੀ ਨੇ ਚਾਂਦਨੀ ਚੌਂਕ ਵਿੱਚ ਉਚਾਰੇ ਨੇ, ਜਿਨ੍ਹਾਂ ਦਾ ਨਾਂ ਹੈ ਭੋਗ ਦੇ ਸ਼ਲੋਕ। ਪਰ ਅਸਲ ਟਕਸਾਲ ਵਿੱਚ ਇਸ ਸ਼ਲੋਕਾਂ ਦਾ ਨਾਮ ਹੈ ਸ਼ਲੋਕ ਵਾਰਾਂ ਤੇ ਵਧੀਕ। ਭੋਗ ਦੇ ਸ਼ਲੋਕ ਆਪਾਂ ਨੇ ਨਾਂ ਰੱਖਿਆ ਕਿਉਂਕਿ ਪੰਜਾਬੀ ਭਾਸ਼ਾ ਆਪਾਂ ਉੱਦਾਂ ਵੀ ਦਿਨ 'ਚ ਕਹੀ ਦਈਦਾ, ਕਿਸੇ ਨੂੰ ਹਟ ਜਾ ਨਹੀਂ ਤੇਰਾ ਭੋਗ ਪਾ ਦੂੰਗਾ। ਇਸ ਕਰਕੇ ਅਸੀਂ ਇਹ ਸਮਾਪਤੀ ਨੂੰ ਭੋਗ ਦੇ ਸ਼ਲੋਕ ਰੱਖ ਲਿਆ ਨਾ। ਇਹ ਨਾਂ ਨਹੀਂ ਹੈ ਇਸ ਬਾਣੀ ਦਾ। ਇਸ ਬਾਣੀ ਦਾ ਨਾਂ ਹੈ ਸ਼ਲੋਕ ਵਾਰਾਂ ਤੇ ਵਧੀਕ। ਜਿਹੜੇ ਵਾਰਾਂ ਵਿੱਚ ਸ਼ਲੋਕ ਨਹੀਂ ਆਏ ਉਹ ਬਾਅਦ ਵਿੱਚ ਲਿਖੇ ਗਏ ਨੇ। ਇਹਨਾਂ ਦੀ ਗਿਣਤੀ ਹੈ 52। ਇਹਨਾਂ ਵਿੱਚੋਂ 49 ਸ਼ਲੋਕ ਅਲੱਗ ਨੇ, 2 ਸ਼ਲੋਕ ਅਲੱਗ ਨੇ ਤੇ 1 ਸ਼ਲੋਕ ਫਿਰ ਅਲੱਗ ਹੈ। ਪਹਿਲੇ 49 ਸ਼ਲੋਕ 9ਵੇਂ ਪਾਤਸ਼ਾਹ ਨੇ ਸਾਰੀ ਸੰਗਤ ਦੇ ਪ੍ਰਥਾਏ ਉਚਾਰੇ ਨੇ। 50ਵਾਂ ਤੇ 51ਵਾਂ ਸ਼ਲੋਕ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਪ੍ਰਥਾਏ ਉਚਾਰੇ, ਜੋ ਬਿਰਧ ਸਰੂਪ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਜਿਉਂਦੇ ਸੀ। ਉਹਨਾਂ ਦੀ ਮਾਤਾ ਨਾਨਕੀ। ਨਾਨਕੀ ਸ਼ਬਦ 2 ਆਉਂਦੇ ਨੇ ਸਿੱਖ ਧਰਮ ਵਿੱਚ, ਇੱਕ ਬੇਬੇ ਨਾਨਕੀ, ਇੱਕ ਮਾਤਾ ਨਾਨਕੀ। ਜਿੱਥੇ ਬੇਬੇ ਨਾਨਕੀ ਸ਼ਬਦ ਆ ਜਾਵੇ ਉਹ ਗੁਰੂ ਨਾਨਕ ਸਾਹਿਬ ਜੀ ਦੀ ਭੈਣ, ਜਿੱਥੇ ਮਾਤਾ ਨਾਨਕੀ ਆ ਜਾਵੇ ਉਹ 6ਵੇਂ ਪਾਤਸ਼ਾਹ ਦੇ ਘਰੋਂ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਨਾਨਕੀ। ਉਹ ਜਿਉਂਦੇ ਸਨ ਜਦੋਂ 9ਵੇਂ ਪਾਤਸ਼ਾਹ ਨੂੰ ਦਾ ਪੁੱਤ ਸ਼ਹੀਦ ਹੋਇਆ। 2 ਸ਼ਲੋਕ ਉਸ ਆਪਣੀ ਮਾਤਾ ਨੂੰ ਵੈਰਾਗ ਖੰਡ ਵਿੱਚ ਲਿਆਉਣ ਵਾਸਤੇ ਉਚਾਰੇ ਨੇ। ਤੇ ਜਿਹੜਾ 52ਵਾਂ ਸ਼ਲੋਕ ਹੈ ਨਾ,
ਉਹ ਮਾਤਾ ਗੁਜਰੀ ਜੀ ਦੇ ਪ੍ਰਥਾਏ ਆਪਣੀ ਧਰਮ ਸੁਪਤਨੀ ਦੇ ਪ੍ਰਥਾਏ ਉਚਾਰੇ ਨੌਵੇਂ ਪਾਤਸ਼ਾਹ ਨੇ। ਤੇ ਇਹਨਾਂ ਸ਼ਲੋਕਾਂ ਨੂੰ ਆਪਾਂ ਸੁਣਦੇ ਹਾਂ, ਜੇ ਧਿਆਨ ਦਈਏ ਤਾਂ ਇਹ ਸ਼ਲੋਕ ਕੀਰਤਨ ਤੋਂ ਹੀ ਸ਼ੁਰੂ ਹੋਏ ਨੇ ਤੇ ਕੀਰਤਨ ਤੇ ਹੀ ਸਮਾਪਤ ਹੋਏ ਨੇ। ਜਿਹੜੇ ਸ਼ਲੋਕ ਭੋਗ ਦੇ ਕਹਿੰਦੇ ਨਾ ਆਪਾਂ, ਕੀਰਤਨ ਤੋਂ ਸ਼ੁਰੂ ਹੋਏ ਨੇ। ਗੁਣ ਗੋਬਿੰਦ ਗਾਇਓ ਨਹੀਂ, ਕੀਰਤਨ ਭਗਤੀ ਆ ਗਈ ਨਾ। ਜਨਮ ਅਕਾਰਥ ਕੀਨ, ਨੌਵੇਂ ਪਾਤਸ਼ਾਹ ਨੇ ਫੈਸਲਾ ਕਰਤਾ ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਨਹੀਂ ਗਾਏ ਉਹਨਾਂ ਦਾ ਜਨਮ ਬਿਰਥਾ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਇਸੇ ਸ਼ਲੋਕ ਵਿੱਚ ਜਨਮ ਸਫਲਾ ਵੀ ਹੁੰਦਾ ਹੈ, ਸਫਲਾ ਵੀ ਕਰਦੀ ਹੈ ਬਾਣੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਵਿਸ਼ਰਾਮ ਬਦਲ ਲੋ। ਗੁਣ ਗੋਬਿੰਦ ਗਾਇਓ, ਜੇ ਪਾਠੀ ਗਾਇਓ ਤੇ ਖੜ ਜਵੇ ਫਿਰ ਜਨਮ ਹੋ ਗਿਆ ਸਫਲਾ। ਜੇ ਪਾਠੀ ਨਹੀਂ ਤੇ ਖੜਿਆ ਤੇ ਜਨਮ ਗਿਆ ਬਿਰਥਾ। ਹੁਣ ਮਰਜ਼ੀ ਪਾਠੀ ਦੀ ਹੈ ਵੀ ਕਿਹੜਾ ਕਰਨਾ ਹੈ। ਅੱਜ ਖੇ ਆਖੋ ਸਤਨਾਮ। ਮਲੇਰਕੋਟਲੇ ਚੌਂਕ ਵਿੱਚ ਬੱਤੀਆਂ ਤਾਂ ਲੱਗੀਆਂ ਲਾਲ, ਪਰ ਮਰਜ਼ੀ ਤਾਂ ਸਕੂਟਰ ਵਾਲੀ ਦੀ ਹੈ ਵੀ ਖੜਨਾ ਹੈ ਕਿ ਲੰਘੇ ਜਾਣਾ। ਇਸੇ ਤਰ੍ਹਾਂ ਪਾਠ ਵੀ ਵਿਸ਼ਰਾਮ ਤੋਂ ਬਿਨਾਂ ਸੁੱਧ ਨਹੀਂ ਹੋ ਸਕਦਾ। ਜਦ ਤੱਕ ਪਾਠ ਦਾ ਵਿਸ਼ਰਾਮ ਬਾਟੀ ਠਹਿਰਿਆ ਨਾ ਮੌਕੇ ਸਿਰ, ਉਹ ਸ਼ੁੱਧ ਨਹੀਂ, ਫਿਰ ਅਰਥ ਨਹੀਂ ਹੋਣੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਬਿਰਥਾ ਗਿਆ ਜੇ ਨਹੀਂ ਤੇ ਖੜ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਉਹਨਾਂ ਦਾ ਸਫਲ ਹੋ ਗਿਆ। ਹੁਣ 52ਵਾਂ ਸ਼ਲੋਕ ਫੇਰ ਮਹਾਰਾਜ ਕਹਿੰਦੇ ਨੇ ਕਿ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਵਾਹਿਗੁਰੂ ਦੇ ਕੀਰਤਨ ਭਗਤੀ ਤੋਂ ਹੀ ਸ਼ੁਰੂ ਹੋਏ, ਕੀਰਤਨ ਭਗਤੀ ਤੇ ਸਮਾਪਤ ਬਹੁਤ ਵੱਡੀ ਭਗਤੀ ਹੈ। ਸਾਰੀਆਂ ਸੰਗਤਾਂ ਗੱਜ ਵੱਜ ਕੇ ਰਸਨਾ ਦੁਆਰਾ ਵੀ ਬੋਲਿਆ ਕਰੋ। ਸਾਡੇ ਦੇਸ਼ ਵਿੱਚ ਇਹ ਜਿਹੜਾ ਮਹੀਨਾ ਚੱਲ ਰਿਹਾ ਮਾਘ, ਇਹਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇਹਦੇ ਵਿੱਚ ਧਰਮ ਕਰਮ ਕਰੀਏ ਜ਼ਿਆਦੇ ਫਲ ਦਿੰਦੇ ਨੇ। ਇਸ ਗੱਲ ਤੋਂ ਮੁਨਕਰ ਨਹੀਂ ਹੋਣਾ। ਪੁਰਾਤਨ ਗ੍ਰੰਥਾਂ ਦੇ ਜੋ ਵਿਚਾਰ ਨੇ ਉਹਨਾਂ ਤੋਂ ਮੁਨਕਰ ਹੋਣਾ ਤਾਂ ਅਗਿਆਨਤਾ ਹੁੰਦੀ ਹੈ। ਉਹਨਾਂ ਨੂੰ ਨਾ ਸਮਝੀ ਕਰਕੇ ਅਸੀਂ ਛੱਡ ਦਿੰਦੇ, ਸਮਝ ਨਹੀਂ ਸਕੇ। ਵੈਸੇ ਜਿਹੜੇ ਬਜ਼ੁਰਗਾਂ ਦੇ ਰਿਸ਼ੀ ਮੁਨੀਆਂ ਦੇ ਅਸੂਲ ਨੇ ਉਹ ਕਦੇ ਵੀ ਕਦੇ ਗਲਤ ਨਹੀਂ ਹੋਣੇ। ਸਮਝਣ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਬਰੋਟੇ ਦੀ ਪੂਜਾ ਹੈ, ਪਿੱਪਲ ਦੀ ਪੂਜਾ ਹੈ, ਨਿੰਮ ਦੀ ਪੂਜਾ ਹੈ। ਤ੍ਰਿਵੈਣੀ ਕਹਿੰਦੇ ਨੂੰ। ਬਰੋਟੇ ਬਾਬਤ ਬਚਨ ਨੇ ਕਿ ਬ੍ਰਹਮਾ ਦਾ ਸਰੂਪ ਹੈ, ਇਹਦੀ ਲੱਕੜੀ ਕੱਟਣੀ ਨਹੀਂ ਹੈ, ਸਾੜਨੀ ਨਹੀਂ ਹੈ। ਇਹ ਤਾਂ ਜੇ ਗੱਲਾਂ ਤੱਕ ਆਪਾਂ ਰਵਾਂਗੇ ਆਪਾਂ ਨੂੰ ਉਪਰੀਆਂ ਜੀਆਂ ਲੱਗਣਗੀਆਂ, ਕਹਿ ਦੇਵਾਂਗੇ ਕਿ ਪਖੰਡ ਹੈ। ਐਵੇਂ ਜੇ ਅਸਲੀਤ ਵਿੱਚ ਜਾਓ ਤੇ ਤੁਸੀਂ ਖੁਦ ਮੰਨੋਗੇ। ਬਰੋਟੇ ਨੂੰ ਪਾਣੀ ਪਾਉਣਾ ਧਰਮ, ਇਹਦੀ ਪਰਵਰਿਸ਼ ਕਰਨੀ ਧਰਮ, ਇਹਦਾ ਬਚਾਅ ਕਰਨਾ ਧਰਮ। ਕਿਉਂ? ਬਹੁਤ ਜ਼ਰੂਰੀ ਹੈ। ਸਾਡੇ ਜੋ ਅੰਦਰ ਹਵਾ ਜਾ ਰਹੀ ਹੈ ਇਹ ਹੈ ਆਕਸੀਜਨ। ਕੱਲ੍ਹ ਵੀ ਬਚਨ ਆਇਆ ਤਾਂ ਆਕਸੀਜਨ ਹੈ ਸਾਡੀ ਖੁਰਾਕ। ਤੇ ਸਾਰੀ ਬਨਸਪਤੀ ਵਿੱਚੋਂ ਇੱਕ ਬਰੋਟਾ ਦਰਖਤ ਹੈ। ਡਾਕਟਰਾਂ ਤੋਂ ਪੁੱਛੋ, ਸਾਇੰਸਦਾਨਾਂ ਤੋਂ, ਕਿ ਬਾਕੀ ਦਰਖਤ 1000 ਲਾਓ ਤੇ ਬਰੋਟਾ ਲਾਓ ਇੱਕ। 1000 ਦਰਖਤ ਜਿੰਨੀ ਆਕਸੀਜਨ ਪੈਦਾ ਕਰਦਾ ਹੈ ਉਨੀ ਇੱਕ ਬਰੋਟਾ ਕਰਦਾ ਹੈ। 1000 ਦਰਖਤ ਕਿੱਕਰ ਬੇਰੀਆਂ ਲਾਓ ਨਾ, ਜਿੰਨੀ ਉਹਨਾਂ ਦੇ ਪੱਤਿਆਂ ਨੇ ਆਕਸੀਜਨ ਦੇਣੀ ਹੈ
उन्नी एक बरोटे दे पत्तियां चों ऑक्सीजन मिल जानी। सब तो वध ऑक्सीजन का प्लांट बरोटा है, दूजे नंबर ते पिपल ते जिहड़ी निम है उहनूं कहने धनंतर वैद, सारी हिकमत का घर। ये जिहड़ियां गल्लां ने इन्हां नूं असीं समझिया नहीं, हुण हौली हौली आउणा पैना, आउण लागे ने मुड़ के। पर सुखाली गल ये जिहड़े धार्मिक असूल बनाए सी, माघ दा महीना पवित्र है, तीर्थां ते जाना, जग पुन करने। हुण जाके वेखो हरिद्वार दे विच बहुत इकट्ठ है, इलाहाबाद विच बहुत इकट्ठ है, त्रिवेणी जी ते प्रयागराज ते बड़ा मेला एक महीना, ते हरिद्वार बहुत वड्डा भारी इकट्ठ रहना 1.5 महीना, क्योंकि पक्खां दे नाल भी माघ गिणिया जांदा। बड़े बड़े दान पुन लंगर चलने। पर सतगुर पातशाह जी ने प्रमाणिक क्यों नहीं मन्निया, वो भी सोचण दी गल है। ते गुरु नानक देव पातशाह ने बड़ी दूर दृष्टि तो काम लिया कि कलयुग विच असीं गुरसिखां नूं गृहस्थ जीवन दस्सिआ, किरती जीवन दस्सिआ। किरत करो नाम जपो वंड के छको। जिहड़ा किरती ते गृहस्थी जीवन वाला बंदा है वो 1.5 महीना तीर्थां ते नहीं रह सकेगा। वो ते वड्डे वड्डे ताप पुन दान जग नहीं होणगे, औखा हो जाएगा। इस करके उन्होंने सुखाला रास्ता देखो। साइंस ते धर्म नूं कदे जुदा नहीं मनना गुरमुखो। असी तो बहुत पाड़ा पाया ना साइंस ते धर्म विच, डेवलपमेंट भी तां ही नहीं हुई। जिन्हां देशों में इस चीज़ नूं समझ गए कि साइंस ते धर्म है ही एक चीज़, वो बहुत गांह वध गए। साइंस ते धर्म एक चीज़ दे दो नौ ने, चीज़ इको है। साइंस की है प्रकृति दी बनी हुई चीज़ दी खोज, वो है साइंस। धर्म की है बनाउण वाले दी खोज। आखो सतनाम। जदों बंदा किरत की खोज करता है, जो 3 रूपां च है, सॉलिड है, लिक्विड है, गैस, ये प्रकृति है। चौथा तो रूप है नहीं कोई। या स्थूल वस्तु है, या भाप वस्तु है, या तरल वस्तु है। इन्हां चीज़ां की जदों कोई खोज करे वो है साइंसदान। जदों इन्हां तिन्नां नूं बनाउण वाले वाहिगुरू की खोज करता है वो है धर्मी। करते दी खोज धर्म है, किरत दी खोज साइंस है। खोज दे ही 9 दोवें, इनू अपने ते ले आओ। जदों बंदा शरीर दी खोज करदा है, गाल ब्लैडर की है, ब्रेन की है, अखां की ने, कन की है, तेरा मेदा की है, हार्ट की है, किडनीज की ने, तां बंदा साइंसदान है। जदों बिच बैठे वाहिगुरू दी जोत दी खोज करदा है, मन तू जोत स्वरूप है अपना मूल पछाण। जदों मूल नूं जड़ नूं पछाणदा है, उदों फिर भाई इसे नूं धर्मी कहे। मन तू जोत स्वरूप है अपना, मन हार जियो तेरे नाल, गुरमती रंग मान। जद अपने आप दी खोज करनी उदों धर्म है। जदों बनी हुई चीज़ दी खोज करनी वो साध संगत साइंस है। श्री गुरु ग्रंथ साहब की बाणी सारी साइंटिफिक है। सानू ककार क्यों दते ने, रहत क्यों दती है, सारा फिजिकल काम है। असी थोड़ा जिहा इहनूं जोड़ दिता धर्म दे नाल। कंघा रखना धर्म है, कछहरा पाउणा धर्म है, तो फिजिकल चीज़ां ने।
ਕੰਘਾ ਸਫਾਈ ਦਾ ਲਖਾਇਕ, ਕਸ਼ਹਿਰਾ ਸਫਾਈ ਦਾ ਲਖਾਇਕ, ਇੱਜ਼ਤ ਦਾ ਲਖਾਇਕ। ਤੇ ਗੁਰਸਿੱਖ ਪਿਆਰਿਓ, ਇਸੇ ਤਰ੍ਹਾਂ ਜਿਹੜੇ ਰਿਸ਼ੀਆਂ ਮੁਨੀਆਂ ਨੇ ਪੁਰਾਤਨ ਬਣਾਈ ਮਰਜ਼ਾਦਾ ਜਾਂ ਨਿਯਮ ਬਣਾਏ ਪ੍ਰਿੰਸੀਪਲ, ਉਹਨਾਂ ਵਿੱਚ ਵੀ ਸਾਡੇ ਸਰੀਰਕ, ਸਾਡੇ ਜੀਵਨ ਦੇ ਸੁੱਖ ਉਹਦੀ ਸਹੂਲਤ ਦੇਖ ਕੇ ਹੀ ਬਣਾਏ ਗਏ। ਪਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੇਖਿਆ ਜਿਵੇਂ ਇੱਕ ਸਾਇੰਸਦਾਨ ਸੰਸਾਰ ਨੂੰ ਔਖੇ ਕੰਮ ਨੂੰ ਸੁਖਾਲਾ ਕਰਨ ਵਿੱਚ ਬਦਲਦਾ ਹੈ। ਸਭ ਤੋਂ ਵੱਧ ਸਾਇੰਸ ਦਾ ਇਹੀ ਸੁੱਖ ਹੈ ਕਿ ਜਿੰਨੇ ਵੀ ਔਖੇ ਕੰਮ ਸੀ ਉਹਨਾਂ ਨੂੰ ਸੁਖਾਲੇ ਕਰ ਦਿੱਤਾ ਸਾਇੰਸ ਨੇ। ਆ ਸਾਇੰਸ ਇਹ ਹੈ, ਬੈਠੇ ਅੰਮ੍ਰਿਤਸਰ ਅੱਗੇ ਜਿਉਂ ਦਾਤੀ ਚੱਕਦੇ ਹੁੰਦੇ ਤੇ ਜੱਟ 2 ਮਹੀਨੇ ਤਾਂ ਵਿਚਾਰੇ ਮਿਸਤਰੀ ਜਿਹੜੇ ਲੋਹਾਰ ਸਿੰਘ ਹੈ ਉਹਨਾਂ ਨੂੰ ਦੰਦੇ ਕੱਢਣ ਤੇ ਨਹੀਂ ਸੀ ਹਟਣ ਦਿੰਦੇ। ਅੱਜ ਖੇ ਕੋਲ ਸਤਨਾਮ ਕਾਰਖਾਨਾ ਇੱਕ ਤੇ ਜੱਟਾਂ ਨੇ 50 ਨੇ ਜਾ ਕੇ ਬੈਠ ਜਾਣਾ 8 ਦਾਤੀਆਂ ਰੱਖ ਕੇ, ਦੰਦੇ ਹੀ ਕੱਢੀ ਜਾਣੇ, ਰੇਤੀਆਂ ਮੁੱਕ ਜਾਣੀਆਂ ਵਿਚਾਰਿਆਂ ਦੀਆਂ, ਖੁਰਪੇ ਚੰਡੀ ਜਾਣੇ। ਤੇ ਹੁਣ ਵੇਖ ਲਓ, ਪਹਿਲਾਂ ਵੱਢਣੀ, ਫਿਰ ਬੰਨਣੀ, ਫਿਰ ਭਾਰ ਢੋਣੇ ਘੜਿਆਂ ਪਰ, ਗੱਡਿਆਂ ਪਰ, ਫਿਰ ਖਲੀ ਲਾਉਣੀ, ਫਿਰ ਭਾਈ ਪੈੜੀ ਪਾਉਣੀ। ਵੇਖ ਲਓ ਵਿੱਚ ਫਲੇ ਬੰਨਣੇ। ਮਹਾਰਾਜ ਜੀ ਹੁਣ ਗੁਰੂ ਨਾਨਕ ਸਾਹਿਬ ਨੇ ਥੋੜੇ ਫਲਿਆਂ ਨੂੰ ਲਿਖਿਆ ਆਸਾ ਦੀ ਵਾਰ ਵਿੱਚ, ਅੰਨ ਗਾ ਪੰਖੀ ਪਾਉਂਦਿਆਂ ਲੈਣ ਨਸਾ। ਉਹ ਅੰਨ ਗਾ ਨਾ ਫਲੇ ਦਾ ਜਿਹੜਾ ਪਿੱਛੇ ਬੰਨੀਦਾ ਹੁੰਦਾ ਸੀ ਬਲਦਾਂ ਦੇ, ਅੰਨ ਗਾ ਗਾਹ ਪਾਉਣ ਪਿੱਛੇ ਆਪਾਂ ਫੜਾ ਬੰਨ੍ਹਦੇ ਸੀ ਨਾ, ਉਹਦੇ ਪਿੱਛੇ ਹੇਠ ਲਾਉਂਦੇ ਹੁੰਦੇ ਸੀ ਕੰਡੇ ਕਿ ਪਾੜੀ ਜਾਵੇ ਕਣਕ ਨੂੰ। ਫਿਰ ਧਾੜ ਲਾਉਣੀ, ਫਿਰ ਭਾਈ ਹਵਾ ਉਡੀਕਣੀ, ਫਿਰ ਧੜ ਨਖਾਰਨੀ, ਫਿਰ ਖਰਗਾਹ ਕਰਨਾ, ਫਿਰ ਬੋਹਲ। ਮਸੀਂ 100 ਮਣ ਦਾਣੇ ਹੁੰਦੇ ਸੀ। ਹੁਣ 500 ਕੁਇੰਟਲ ਕਣਕ ਸਵੇਰੇ ਕੰਬਾਈਨ ਮੰਗਾਈ, ਸੰਝ ਨੂੰ ਮੰਡੀ ਵਿੱਚ। ਅੱਜ ਖੇ ਅਕੁਲ ਸਤਨਾਮ, ਨਾ ਦਾਤੀ, ਨਾ ਖੁਰਪਾ, ਨਾ ਸੜੰਗਾ, ਨਾ ਤੰਗਲੀ, ਵੇਖ ਲੋ ਨਾ ਛੱਜ ਚੱਕਿਆ। ਗੁਰਸਿੱਖ ਪਿਆਰਿਓ, ਸਾਇੰਸ ਨੇ ਆਵਾਜਾਈ ਸਾਧਨ ਕਰ ਦਿੱਤਾ। ਕਿੱਥੇ ਜਾਂਦੇ ਸੀ ਟੈਲੀਫੋਨ, ਅਮਰੀਕਾ, ਇੱਥੇ ਬੈਠੇ ਮਲੇਰਕੋਟਲੇ ਵਰਲਡ ਵਿੱਚ ਕਿਤੇ ਗੱਲ ਕਰੋ, ਸੁਖਾਲਾ ਕਰਤਾ ਨਾ। ਅੱਗੇ ਤਾਰਾਂ ਪਾਉਣੀਆਂ, ਚਿੱਠੀਆਂ ਪਾਉਣੀਆਂ 3-3 ਮਹੀਨੇ 'ਚ ਨਹੀਂ ਸੀ ਜਾਣੀਆਂ। ਸਾਇੰਸਦਾਨ ਦਾ ਕੰਮ ਹੁੰਦਾ ਹੈ ਸੰਸਾਰ ਦੇ ਕੰਮਾਂ ਨੂੰ ਸੁਖਾਲਾ ਕਰਨਾ। ਰਿਸ਼ੀਆਂ ਮੁਨੀਆਂ ਪੈਗੰਬਰਾਂ ਦਾ ਕੰਮ ਹੁੰਦਾ ਹੈ ਨਿਰੰਕਾਰ ਦੇ ਕੰਮ ਨੂੰ ਸੁਖਾਲਾ ਕਰਨਾ। ਜਿਵੇਂ ਸਾਇੰਸਦਾਨਾਂ ਨੇ ਸੰਸਾਰ ਦੇ ਕੰਮ ਸੁਖਾਲੇ ਕਰ ਦਿੱਤੇ, ਬਾਬੇ ਨਾਨਕ ਨੇ ਰੱਬ ਨੂੰ ਮਿਲਣਾ ਸੁਖਾਲਾ ਕਰ ਦਿੱਤਾ। ਉਹ ਰਸਤਾ ਛੋਟਾ ਕਰ ਦਿੱਤਾ। ਕਿੱਥੇ ਕਿੱਥੇ 88 ਹਜ਼ਾਰ ਬਰਸ ਤਪ ਕਰਨੇ, ਧੂਣੇ ਤਾਪਣੇ, ਪੁੱਠੇ ਲਟਕਣੇ, ਭੁੱਖੇ ਰਹਿਣਾ, ਜੰਗਲਾਂ ਵਿੱਚ ਫਿਰਨਾ, ਕੱਪੜੇ ਪਾਉਣੇ ਛੱਡ ਦਿੱਤੇ। ਦੇਵਤਿਆਂ ਦਰਸ਼ਨ ਕੈ ਤਾਈ, ਦੁੱਖ ਭੂਖ ਤੀਰਥ ਕੀਏ। ਬੜੇ ਬੜੇ ਕਠਿਨ ਕੰਮ ਬਾਬੇ ਨਾਨਕ ਨੇ ਫੈਸਲਾ ਕਰ ਦਿੱਤਾ, ਛੱਡੋ ਇਹਨਾਂ ਔਖੇ ਕੰਮਾਂ ਨੂੰ, ਛੱਡੋ ਤੀਰਥਾਂ ਤੇ ਭਰਮਣ ਕਰਨ ਨੂੰ, ਕਿਉਂਕਿ ਕਿਰਤੀ ਬੰਦੇ ਤੋਂ ਹੋਣਾ ਨਹੀਂ ਹੈ, ਸਮਾਂ ਥੋੜ੍ਹਾ। ਤੇ ਸਾਨੂੰ ਕੀ ਕਹਿ ਦਿੱਤਾ ਭਾਈ, ਮਾਘ ਦੇ ਮਹੀਨੇ ਤੀਰਥਾਂ ਤੇ ਘੁੰਮਣ ਦੀ ਲੋੜ ਨਹੀਂ, ਜੰਗਲਾਂ ਵਿੱਚ ਘੁੰਮਣ ਦੀ ਲੋੜ ਨਹੀਂ, ਪਹਾੜਾਂ ਵਿੱਚ ਜਾ ਕੇ ਗੁਫਾ ਵਿੱਚ ਤਪ ਕਰਨ ਦੀ ਲੋੜ ਨਹੀਂ। ਮਾਘ ਮੱਜਨ ਸੰਗ ਸਾਧੂਆਂ ਧੂੜੀ, ਕਰ ਇਸ਼ਨਾਨ, ਕਰ ਲੈ ਇਸ਼ਨਾਨ ਮਨਾ ਸੰਗਤਾਂ ਦੀ ਧੂੜੀ ਦੇ ਵਿੱਚ, ਕਰ ਲੈ ਇਸ਼ਨਾਨ ਮਨਾ ਸੰਗਤਾਂ ਦੀ ਧੂੜੀ ਦੇ ਵਿੱਚ। ਬੋਲਿਆ ਕਰੋ ਸੰਗਤਾਂ ਦੀ ਧੂੜੀ ਦੇ ਵਿੱਚ, ਸੰਗਤਾਂ ਦੀ ਧੂੜੀ ਦੇ ਵਿੱਚ।
ਕਰ ਲੈ ਇਸ਼ਨਾਨ ਮਨਾ ਸੰਗਤਾਂ ਦੀ ਧੂੜੀ, ਕਰ ਲੈ ਇਸ਼ਨਾਨ ਮਨਾ ਸੰਗਤਾਂ ਦੀ ਧੂੜੀ ਦੇ ਵਿੱਚ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ, ਹਰ ਕਾ ਨਾਮ ਤੇ ਆਏ ਸੁਣ ਸਭਨਾ ਨੋ ਕਰ। ਮਾਘ ਮੱਝਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਸ ਤੁਕ ਵਿੱਚ ਦੋ ਸ਼ਬਦ ਆਏ ਨੇ, ਇੱਕ ਇਸ਼ਨਾਨ ਤੇ ਇੱਕ ਮੱਝਨ। ਇਸ਼ਨਾਨ ਵੀ ਨਹਾਉਣ ਨੂੰ ਕਹਿੰਦੇ ਨੇ ਤੇ ਮੱਝਨ ਦਾ ਅਰਥ ਵੀ ਨਹਾਉਣਾ ਹੈ। ਅਰਥ ਦੋਹਾਂ ਦਾ ਨਹਾਉਣਾ ਹੀ ਹੈ, ਪਰ ਨਹਾਉਣ ਵਿੱਚ ਫਰਕ ਬਹੁਤ ਹੈ। ਇਸ਼ਨਾਨ ਉਹ ਨਹਾਉਣਾ ਹੁੰਦਾ ਹੈ ਜਿਹੜਾ ਚੁੱਕ ਕੇ ਪਾਣੀ ਪਿੰਡੇ ਤੇ ਪਾਇਆ ਜਾਵੇ। ਆਪਾਂ ਨਹਾਉਂਦੇ ਨਹੀਂ, ਗੜਬੀ ਕੱਪ ਲੈ ਕੇ ਚੁੱਕ ਕੇ ਪਾਣੀ ਪਾਉਂਦੇ ਆ, ਫੁਹਾਰਾ ਚੱਲ ਰਿਹਾ ਉਹਦੇ ਹੇਠ ਖੜ ਕੇ ਨਹਾਉਣਾ, ਉਹਨੂੰ ਕਹਿੰਦੇ ਪ੍ਰੇਮੀਓ ਇਸ਼ਨਾਨ। ਤੇ ਜਿਹੜਾ ਸਿਰ ਥਈ ਪਾਣੀ ਦੇ ਵਿੱਚ ਡੁੱਬ ਕੇ ਗੋਤਾ ਲਾ ਕੇ ਨਹਾਉਣਾ ਨਾ, ਉਹਨੂੰ ਕਹੀਦਾ ਮੱਝਨ। ਜਿਹੜਾ ਸਾਰਾ ਸਰੀਰ ਪਾਣੀ ਵਿੱਚ ਡਬੋ ਕੇ ਨਹਾਉਣਾ ਨਾ, ਗੋਤਾ ਲਾ ਕੇ, ਉਸ ਇਸ਼ਨਾਨ ਦਾ ਨਾਮ ਬਾਣੀ ਵਿੱਚ ਮੱਝਨ ਹੈ। ਤਾਂ ਹੀ ਡੱਡੂ ਦਾ ਪ੍ਰਮਾਣ ਦਿੱਤਾ। ਡੱਡੂ ਕਦੇ ਚੱਕ ਕੇ ਨਹੀਂ ਪਾਣੀ ਪਾਉਂਦਾ, ਗੋਤਾ ਲਾਉਂਦਾ ਨਾ। ਉਹਨੂੰ ਕਹਿ ਦਿੱਤਾ ਜਲ ਕੇ ਮੱਝਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਨਾਲੇ ਮੱਝਨ ਦਾ ਅਰਥ ਵੀ ਦੱਸ ਦਿੱਤਾ ਵੀ ਨਹਾਉਣਾ ਹੀ ਹੈ ਮਹਾਰਾਜ ਦੀ ਬਾਣੀ ਨੇ। ਨਾਲੇ ਦੱਸ ਵੀ ਦਿੱਤਾ ਵੀ ਕਿਵੇਂ ਲਾਉਣਾ। ਗੋਤਾ ਲਾ ਕੇ ਜਿਹੜਾ ਨਹਾਵੇਂਗਾ ਨਾ, ਉਹ ਇਸ਼ਨਾਨ ਤੇਰਾ ਮੱਝਨ ਹੋਵੇਗਾ। ਇੱਥੇ ਦੋਵੇਂ ਨੇ, ਦੋ ਇਸ਼ਨਾਨ, ਨਹਾਉਣਾ ਵੀ ਹੈ ਉਰੇ ਤੇ ਮੱਝਨ ਵੀ ਹੈ। ਇਸ਼ਨਾਨ ਤੁਸੀਂ ਕਾਹਤੇ ਕਰਦੇ ਹੋ ਪ੍ਰੇਮੀਓ? ਸਰੀਰ ਦੀ ਮੈਲ ਉਤਰ ਜਾਵੇ, ਮੈਲ ਨਾ ਆਲੂਦਗੀ ਨਾ ਰਵੇ ਪਿੰਡੇ ਦੇ ਉੱਤੇ। ਤਾਂ ਹੀ ਧੋਈ ਦੇ ਹੱਥ ਪੈਰ ਇਸ਼ਨਾਨ, ਕਿ ਮੈਲਾਪਣ ਦੂਰ ਹੋ ਜਾਵੇ। ਤੇ ਉਹ ਤਾਂ ਸਰੀਰ ਦਾ ਮੈਲਾਪਣ ਹੈ, ਜਲ ਨਾਲ ਦੂਰ ਹੋਣੇ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਰਸ, ਉਤਰ ਰਸ ਇਕੱਠਾਈ ਉਤਰ ਸਖੇ ਉਤਰ ਜਾਂਦੀ ਹੈ। ਜੋ ਵੀ ਮੈਲ ਸਰੀਰ ਨੂੰ ਲੱਗੀ ਹੋਵੇ ਇਸ਼ਨਾਨ ਕਰ ਲਓ, ਉਤਰ ਜਾਂਦੀ। ਤੇ ਇੱਥੇ ਕਹਿੰਦੇ ਆ ਧੂੜੀ ਕਰ ਇਸ਼ਨਾਨ। ਹੁਣ ਧੂੜੀ ਤਾਂ ਜਿਹੜੀ ਮਿੱਟੀ ਹੈ ਉਹ ਤਾਂ ਮੈਲ ਲਾਉਂਦੀ ਹੈ, ਉਹ ਤੋਂ ਤਾਂ ਸਾਰਾ ਦਿਨ ਬਚਦੇ ਹੋ ਤੁਸੀਂ। ਔਰ ਬਾਹਰ ਵੇਖੋ, ਸੜਕ ਤੇ ਤੁਰੇ ਜਾਓਗੇ, ਧਿਆਨ ਰੱਖੋਗੇ ਧੂੜੀ ਕੱਪੜਿਆਂ ਤੇ ਨਾ ਪੈ ਜਾਵੇ, ਸਰੀਰ ਦੇ ਅੰਗਾਂ ਤੇ ਨਾ ਪੈ ਜਾਵੇ। ਚਲੋ ਇਹਨਾਂ ਨੂੰ ਵੀ ਛੱਡੋ, ਇੱਥੇ ਤੱਕ ਧਿਆਨ ਕਰੋਗੇ ਕਿ ਜੁੱਤੀ ਵੀ ਨਾ ਲਿਬੜੇ, ਉਹਨੂੰ ਵੀ ਧੂੜ ਤੋਂ ਬਚਾਓਗੇ। ਕਿਉਂ? ਉਹ ਜਿਹੜੀ ਬਾਹਰ ਧੂੜੀ ਹੈ ਪ੍ਰੇਮੀਓ, ਉਹ ਜਿੱਥੇ ਵੀ ਪੈ ਜੂਗੀ ਮੈਲਾ ਕਰ ਦੂਗੀ। ਪਰ ਹੁਣ ਧਿਆਨ ਨਾਲ ਸੁਣਿਓ, ਆਹ ਜਿਹੜੇ ਸਤ ਸੰਗਤ ਦੇ ਚਰਨਾਂ ਦੀ ਧੂੜੀ ਹੈ, ਇਹ ਜਿੱਥੇ ਲੱਗ ਗਈ ਪਾਪਾਂ ਦੀ ਮੈਲ ਕੱਟ ਦੂਗੀ। ਅੱਜ ਕੇ ਆਖੋ ਧੂੜੀ ਧੂੜੀ ਵਿੱਚ ਫਰਕ ਵੇਖੋ ਕਿੰਨਾ। ਉਹ ਬਾਹਰਲੀ ਧੂੜੀ ਮੈਲ ਲਾਉਂਦੀ ਹੈ ਤੇ ਇਹ ਮੈਲ ਧੋਂਦੀ ਹੈ। ਧੂੜੀ ਕਰ ਇਸ਼ਨਾਨ। ਤੇ ਇਹਦੇ ਨਾਲ ਇੱਕ ਕੰਡੀਸ਼ਨ ਹੈ, ਤੁਸੀਂ ਨਿਤ ਪੜ੍ਹਦੇ ਹੋ, ਇਹ ਧੂੜੀ ਹੱਥਾਂ ਨੂੰ ਨਹੀਂ ਲਾਉਣੀ, ਗੋਡਿਆਂ ਨੂੰ ਨਹੀਂ ਲਾਉਣੀ, ਇਹ ਪੇਟ ਨੂੰ ਨਹੀਂ ਲਾਉਣੀ,
जद भी इस धूड़ी का जिक्र होवेगा, दान महिंडा तली खाक जे मिले तो मस्तक लाइए। धूड़ी है जिहड़ी वो चरनां दी, वो मत्थे नूं लाउणी है, सिर नूं लाउणी है, होर नहीं किते भी जिक्र। ते क्यों लाउणी है? की इशनान है? बस जिहड़ा साडा मत्था है ना प्रेमियों, यही मनुख दा जीवन है। बस सब तो कीमती चीज वाहिगुरु ने इत्थे ही रखी है तेरी। देखो किड्डे वड्डे वड्डे हड्ड ने साडे शरीर विच, 2-2 2.5 फुट लम्मे, 1.5 फुट चौड़े, पर सब तो हार्डेस्ट पीस बॉडी दा वो तेरे सिर दी खोपरी है। होर कोई हड्ड इन्ना कैड़ा नहीं शरीर विच जिन्नी सिर दी खोपरी है। वेखदे हो तुसीं अखां नाल संस्कार कीते जीव नूं, सब वड्डे वड्डे हड्ड सवाह हो जाने, उत्थे भी पूरी पई हुंदी है। अखे आखो सतनाम, तुहाडे सामने दी गल है। सब तो कैड़ा हड्ड जे वाहिगुरु ने बनाया तां साडा सिर दा खोपर है। की लोड़ पई इनू इन्ना ताकतवर बनाउण दी? ਇਹਦੇ ਵਿੱਚ सब तो कीमती चीज़ तेरा दिमाग रखिया होए, तेरी मत, तेरी बुद्धि, ਉਹਦੇ प्रोटेक्शन वास्ते, ਉਹਦੇ बचाव वास्ते। थोड़ी बहुती सट्टे ते असर ना करे, थोड़ा बहुता टेंपरेचर असर ना करे। वड्डे तो वड्डे दुनिया के डॉक्टर नूं पुछ लियो, हार्ट बदल होण लग गए, किडनियां बदलतियां, गाल ब्लैडर बदलते, गोडे बदलते, अखां बदलतियां, पर जे ब्रेन डैमेज हो जाए मुड़ के उहदा इलाज नहीं है। आखो सतनाम, जे दिमाग डैमेज हो गया वर्ल्ड विच इहदा इलाज ही नहीं है, सिमरे नहीं सकता मुड़ के। देखो वे कुदरत बलिहारी, कुदरत वसिया, उन्हें पहले ही कितना इंतजाम किया है। ਇਹਦੇ बचाव वास्ते सब तो हार्ड पीस तेरे सिर दा खोपर बनाए। सब तो कीमती चीज तेरी बुद्धि ਇਹਦੇ ਵਿੱਚ रखी है। ते गुरमुखो, जिस बंदे दी बुद्ध ठीक है, मत ठीक है, वो कखां दी कुली विच भी सुरग कट सकदा है। जिस बंदे दी मत खराब है, 50 लाख दी कोठी नूं भी नरक बना दूगा। आखो सतनाम। सब तो वध कीमती चीज ताही गुरु अर्जन पातशाह ने अकाल पुरख अगे अरदास कीती है। दीजे बुद्ध विवेका जी हार परयो स्वामी के, दीजे बुद्ध विवेका जी हार परयो स्वामी के द्वारे। दीजे बुद्ध विवेका जी हार परयो स्वामी के, दीजे बुद्ध विवेका जी हार परयो स्वामी के द्वारे। हार परयो स्वामी के द्वारे, हार परयो स्वामी के द्वारे। दीजे बुद्ध विवेका जी हार परयो स्वामी के, दीजे बुद्ध
ਭਵੇਖ ਜੀ ਹਾਰ ਭਰਿਓ ਸੁਆਮੀ ਕੇ ਦੁਆਰੇ। ਸਰੀਰ ਨੂੰ ਤਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲਿਆ, ਤੇ ਮਤ ਨੂੰ ਕਾਹਦੇ ਨਾਲ ਕਰੋਗੇ? ਇਹ ਮੱਥੇ ਨੂੰ ਜਦ ਸੰਗਤ ਦੇ ਚਰਨਾਂ ਦੀ ਧੂੜੀ ਤੁਹਾਡੇ ਮੱਥੇ ਨੂੰ ਲੱਗਦੀ ਹੈ ਨਾ, ਉਦੋਂ ਤੁਹਾਡੀ ਮਤ ਦੇ ਇਸ਼ਨਾਨ ਹੋਣੇ। ਇਹ ਕੰਡੀਸ਼ਨਲ ਚੀਜ਼ ਲਿਖੀ ਹੈ ਬਾਣੀ ਵਿੱਚ ਵੀ ਮੱਥੇ ਨੂੰ ਲਾਉਣੀ ਹੈ। ਜੇ ਮਿਲੇ ਤਾਂ ਮਸਤਕ ਲਾਈਏ, ਪਰ ਨਾਲ ਇੱਕ ਜੇ ਦਾ ਅਰਥ ਤੁਸੀਂ ਪੰਜਾਬੀ ਬੈਠੇ ਹੋ ਜਾਣਦੇ ਹੀ ਹੋ। ਜੇ ਨੂੰ ਆਪਾਂ ਕਹਿੰਦੇ ਸਦਾ ਕੁਆਰੀ ਹੋ ਰਹਿੰਦੀ ਹੈ, ਇੱਥੇ ਵੀ ਉਹੀ ਅਰਥ ਹੈ। ਇਹ ਸਾਧ ਸੰਗਤ ਦੇ ਚਰਨਾਂ ਦੀ ਧੂੜ ਕਦੇ ਹੀ ਮਿਲਦੀ ਹੈ। ਇਹ ਮਾਇਆ ਨਾਲ ਨਹੀਂ, ਸ਼ਕਤੀ ਨਾਲ ਨਹੀਂ, ਇਹ ਤਾਂ ਜੇ ਹੋਵੇ ਪੂਰਬ ਲਿਖਿਆ। ਫਿਰ ਜੇ ਵਰਤਦੇ ਨੇ ਗੁਰੂ ਨਾਨਕ ਦੇਵ ਦੂਜੀ ਵਾਰ। ਇਹ ਨਹੀਂ ਤੇਰੀ ਸ਼ਕਤੀ ਨਹੀਂ ਹੈਗੀ ਕਿ ਤੂੰ ਆਪਣੀ ਤਾਕਤ ਨਾਲ ਲੈ ਲਵੇਂ। ਗੁਰਦੁਆਰਿਆਂ ਮੰਦਿਰਾਂ ਵਿੱਚ ਤੁਸੀਂ ਦੇਖਦੇ ਹੀ ਹੋ, ਜਾ ਕੇ ਇੱਥੇ ਵੀ ਵੇਖਦੇ ਹੋਵੋਗੇ, ਕਈ ਉਹ ਪਰੇ ਤੇ ਹੀ ਠੋਲੂ ਜਾਂ ਭਗਾ ਕੇ ਮਾਰਦੇ, ਚੱਕ ਬਾਬੇ ਤੇਰਾ ਦੇਣਾ ਤਾਂ ਸਤਨਾਮ। ਅੱਧੇ ਕਬੀਂਗੇ ਜੇ ਹੋ ਕੇ ਮੁੜ ਜਾਂਦੇ, ਕਿਸੇ ਦਾ ਹੀ ਮੱਥਾ ਲੱਗਦਾ। ਕਿਉਂ? ਜੇ ਹੋਵੇ ਪੂਰਬ ਲਿਖਿਆ। ਸਖਾਲੀ ਨਹੀਂ ਨਾ, ਆਪਣੇ ਆਪ ਨਹੀਂ ਨਾ ਲੱਭਣੀ। ਉਹ ਬਾਹਰ ਦੀ ਧੂੜੀ ਤਾਂ ਆਪੇ ਪੈਂਦੀ ਹੈ ਉੱਡ ਉੱਡ ਕੇ, ਉਹ ਤੋਂ ਤਾਂ ਬਚਣਾ ਪੈਂਦਾ। ਇਹ ਸਾਥੋਂ ਬਚਦੀ ਹੈ। ਇਹ ਤਾਂ ਬਹੁਤ ਮੁਸ਼ਕਿਲ। ਜਿਸ ਤਰ੍ਹਾਂ ਭਾਈ ਮਾਇਆ ਦੇ ਪਿੱਛੇ ਤੁਸੀਂ ਨੱਠੇ ਭੱਜੇ ਫਿਰਦੇ ਹੋ ਸੰਸਾਰ, ਤੇ ਮਾਇਆ ਰੱਬ ਦੇ ਪਿਆਰਿਆਂ ਦੇ ਪਿੱਛੇ ਨੱਠੀ ਭੱਜੀ ਫਿਰਦੀ ਹੈ। ਇਸੇ ਤਰ੍ਹਾਂ ਹੀ ਬਾਹਰ ਦੀ ਧੂੜੀ ਦੁਨੀਆ ਦੇ ਪਿੱਛੇ ਨੱਠੀ ਭੱਜੀ ਫਿਰਦੀ ਹੈ। ਪੈਜਮਾ ਮੈਲੇ ਕਰ ਰਹੀ ਹੈ ਸਾਨੂੰ 24 ਘੰਟੇ, ਪਰ ਇਹ ਨਹੀਂ, ਇਹਨੂੰ ਨਹੀਂ ਲੋੜ ਸਾਡੀ, ਇਹਦੀ ਸਾਨੂੰ ਲੋੜ ਹੈ। ਇਹ ਕਦੋਂ ਮਿਲਦੀ ਹੈ? ਬਹੁਤ ਵੱਡੇ ਭਾਗ ਹੋਣ ਤਾਂ ਫਿਰ ਮੱਥਾ ਲੱਗਦਾ ਸਤਿਗੁਰ ਦੇ ਚੰਗ ਸੰਗਤ ਦੇ ਚਰਨਾਂ ਦੀ ਧੂੜ ਉੱਤੇ। ਉਦੋਂ ਹੁੰਦਾ ਸਾਡੀ ਮੱਤ ਦਾ ਇਸ਼ਨਾਨ, ਕਿਉਂਕਿ ਇਸ਼ਨਾਨ ਕਰੀਦਾ ਹੀ ਤਾਂ ਹੀ ਇਹ ਨਿਰਮਲ ਹੋ ਜਾਵੇ। ਇਹ ਧੂੜੀ ਹੀ ਹੈ ਇੱਕ ਸਾਧ ਸੰਗਤ ਦੀ ਹੀ, ਜਿਹੜੀ ਸਾਡੇ ਮਤ ਨੂੰ ਹੁਣ ਕਿਉਂ ਬਈ ਔਖੇ ਤਾਂ ਹੋਇਓ ਨਾ। ਮੈਂ ਵੀ ਗ੍ਰਸਤੀ ਹੋਇਆ, ਕਿਸੇ ਪੁੱਤ ਨੂੰ ਹੈ ਸਤਿਕਾਰ ਬਾਪੂ ਦਾ, ਮਾਂ ਦਾ ਸਤਿਕਾਰ ਹੈ, ਕੋਈ ਆਂਢ ਗੁਆਂਢ ਸਮਾਜਿਕ ਪਕਸ਼ ਤੋਂ ਲੈ ਲਓ ਇੱਜ਼ਤ ਦਾ ਸਤਿਕਾਰ ਹੈ। ਇਹ ਕਿਉਂ ਨਹੀਂ ਹੈ? MA BEd PhD MBBS ਕਿੰਨੀਆਂ ਕਿੱਡੀਆਂ ਡਿਗਰੀਆਂ, ਇੰਜੀਨੀਅਰ, ਲਾਇਰ, ਜਿੰਨੇ ਕਾਲਜ ਜਿੰਨੀ ਵਿਦਿਆ ਹੋਣਾ, ਸੰਸਾਰ ਨੂੰ ਸੁਰਗ ਬਣ ਜਾਣਾ ਚਾਹੀਦਾ ਸੀ, ਪਰ ਨਹੀਂ। ਇਹ ਸੰਸਾਰ ਦੀ ਵਿਦਿਆ ਮਤ ਮਲੀਨ ਕਰਦੀ ਹੈ, ਮੈਂ ਪੈਦਾ ਕਰਦੀ ਹੈ, ਹੰਕਾਰ ਪੈਦਾ ਕਰਦੀ ਹੈ। ਇੱਕ ਆ ਸਤ ਸੰਗਤ ਦੀ ਵਿਦਿਆ, ਧਾਰਮਿਕ ਵਿਦਿਆ, ਅਧਿਆਤਮਕਵਾਦ ਹੈ, ਜਿਹੜਾ ਨਿਤ ਖੜ ਕੇ ਗੁਰੂ ਦੇ ਚਰਨਾਂ ਵਿੱਚ ਸਿੱਖ ਕਹੂਗਾ, ਸਿੱਖ ਦਾ ਮਨ ਨੀਵਾਂ ਮਤ ਉੱਚੀ। ਇਹ ਫਾਰਮੂਲਾ ਹੈ, ਮਨ ਨੀਵਾਂ ਕਰ ਲੋ, ਮਤ ਉੱਚੀ ਹੋ ਜਾਣੀ ਹੈ। ਮਤ ਉੱਚੀ ਕਰ ਲੋ, ਮਨ ਨੀਵੇਂ ਪਾਸੇ ਨੂੰ ਜਾਊਗਾ। ਸਤਨਾਮ। ਇਹ ਤਾਂ ਪਾਲੜੇ ਹੈ ਦੋ ਤਖੜੀ ਦੇ। ਜੇ ਸਿੱਖ ਦਾ ਮਨ ਨੀਵੇਂ, ਬਸ ਝੁਕ ਗਿਆ, ਆ ਕੇ ਲਾ ਲਿਆ ਮੱਥਾ ਚਰਨਾਂ ਤੇ, ਲੱਗ ਗਈ ਧੂੜੀ ਤੇ ਮਤ ਗਈ ਉੱਪਰ ਨੂੰ, ਉੱਚੀ ਹੋ ਗਈ। ਅੱਜ ਮਨ ਉੱਚਾ ਹੈ, ਮੇਰੇ ਵਰਗਾ ਹੈ ਹੀ ਕੋਈ ਨਹੀਂ। ਨੀਂਦ ਮੈਨੂੰ ਵੀ ਨਹੀਂ ਆਉਣੀ ਜਾ ਕੇ ਛੇਤੀ, ਮੈਂ ਵੀ 10 ਵਾਰ ਸੋਚੂੰਗਾ। ਹਰਦੇਵ ਸਿੰਘ, ਜੇ ਤੂੰ ਲੂਲੋ ਨਾ ਜੰਮਦਾ, ਕਿਤੇ ਮਲੇਰ ਕਰੜੇ ਦੁਆਨ ਲੱਗਣੇ ਤੇ। ਇਹ ਹੈ ਮਨ ਉੱਚਾ। ਜੇ ਹੋਵੇ ਮਤ ਨੀਵੀਂ ਤਾਂ ਇੱਕ ਫਾਰਮੂਲਾ ਯਾਦ ਰੱਖਣ ਵਾਲੀ ਗੱਲ ਕਹਿਣ ਲੱਗਿਆ ਤੁਹਾਡੇ।
ਜਦੋਂ ਕੋਈ ਵਾਹਿਗੁਰੂ ਚੰਗਾ ਕੰਮ ਕਰਾਉਂਦਾ ਤੁਹਾਤੋਂ, ਦਾਨ ਪੁੰਨ ਸੇਵਾ ਭਲਾ, ਕਦੇ ਵੀ ਨਹੀਂ ਸੋਚਣਾ ਕਿ ਮੈਂ ਕੀਤਾ। ਇੱਕ ਗੱਲ ਜ਼ਰੂਰ ਸੋਚਣੀ ਹੈ ਕਿ ਵਾਹਿਗੁਰੂ ਨੇ ਮੈਨੂੰ ਵਿੱਚ ਬਹਾਨਾ ਬਣਾਇਆ, ਵਾਹਿਗੁਰੂ ਨੇ ਮੈਨੂੰ ਇੱਕ ਵਸੀਲਾ ਬਣਾਇਆ ਇਸ ਕੰਮ ਦਾ। ਉਹ ਚਾਹੁੰਦਾ ਕਿਸੇ ਹੋਰ ਤੋਂ ਵੀ ਕਰਾ ਲੈਂਦਾ। ਅਜੇ ਆਖੋ ਸਤਨਾਮ। ਮੇਰੇ ਵਰਗੇ ਦੇ ਕੋਲ 3600 ਫਿਰਦੇ ਨੇ। ਇਹ ਮੈਨੂੰ ਇੱਕ ਬਹਾਨਾ ਬਣਾਇਆ, ਵਿੱਚ ਮੈਨੂੰ ਮਾਣ ਦਿੱਤਾ, ਬਸ ਮੈਨੂੰ ਵਸੀਲਾ ਬਣਾਤਾ। ਬਹਾਨਾ ਬਹੁਤ ਕੀਮਤੀ ਚੀਜ਼ ਹੈ, ਜਿਹਨੂੰ ਸਮਝ ਲਈਏ ਆਪਾਂ, ਬਹੁਤ ਕੀਮਤੀ ਸ਼ਬਦ ਹੈ। ਜਦ ਕੋਈ ਚੰਗਾ ਕੰਮ ਵਾਹਿਗੁਰੂ ਕਰਾਵੇ ਤੇ ਸਮਝੋ ਮੈਨੂੰ ਤਾਂ ਇੱਕ ਬਹਾਨਾ ਬਣਾਇਆ, ਇਹ ਕੋਈ ਹੋਰ ਵੀ ਕਰ ਸਕਦਾ ਸੀ। ਲੱਖਾਂ ਫਿਰਦੇ ਨੇ ਉਹਦੇ ਕੋਲ। ਇਹੀ ਫਾਰਮੂਲਾ 10 ਗੁਰੂਆਂ ਨੇ ਵਰਤਿਆ। 14 ਜੰਗ ਗੁਰੂ ਗੋਬਿੰਦ ਸਿੰਘ ਨੇ ਜਿੱਤੇ, ਅੰਮ੍ਰਿਤ ਤਿਆਰ ਕੀਤਾ, ਪੁੱਤ ਵਾਰ ਤੇ ਸਰਬੰਸ ਵਾਰਤਾ। ਆਪਣੇ ਆਪ ਨੂੰ ਨਹੀਂ ਕਿਹਾ ਮੈਂ ਕੀਤਾ, ਮੈਨੂੰ ਅਕਾਲ ਪੁਰਖ ਨੇ ਬਹਾਨਾ ਬਣਾਇਆ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਕੀਤਾ ਕੁਝ ਨਹੀਂ, ਇੱਥੇ ਆ ਕੇ ਕਰ ਵਾਹਿਗੁਰੂ ਰਿਹਾ ਸੀ, ਮੈਂ ਤਾਂ ਦੇਖ ਰਿਹਾ ਸੀ। ਆਖੋ ਸਤਨਾਮ। ਮੈਨੂੰ ਇੱਕ ਬਹਾਨਾ ਬਣਾਇਆ ਵਿੱਚ ਅਕਾਲ ਪੁਰਖ ਨੇ। ਉਹ ਕਿਸੇ ਹੋਰ ਨੂੰ ਭੇਜ ਦਿੰਦਾ ਮੇਰੀ ਜਗ੍ਹਾ। ਲੱਖਾਂ ਤਪਸਵੀ ਬੈਠੇ ਨੇ ਹੁਣ ਵੀ ਹੇਮਕੁੰਡ ਤੋਂ ਉੱਪਰ, ਕੋਈ ਥੋੜੇ ਤਪਸਵੀ ਬੈਠੇ ਨੇ ਉੱਥੇ, ਕਿਸੇ ਹੋਰ ਨੂੰ ਭੇਜ ਦਿੰਦਾ। ਨਹੀਂ। ਜਦ ਸ਼ੁਭ ਕਰਮ ਕੋਈ ਕਰਾਵੇ ਵਾਹਿਗੁਰੂ, ਆਪਣੇ ਆਪ ਨੂੰ ਇੱਕ ਵਸੀਲਾ ਸਮਝੋ, ਆਪਣੇ ਆਪ ਨੂੰ ਇੱਕ ਬਹਾਨਾ ਸਮਝੋ। ਜੇ ਮਤ ਉੱਚੀ ਹੋਵੇ, ਬਸ ਕਦੋਂ ਹੋਣੀ ਹੈ? ਮਨ ਨੀਵਾਂ ਮਤ ਉੱਚੀ। ਉੱਚੀ ਹੋਣਾ ਇਹਨੇ ਜੇ ਸਾਧ ਸੰਗਤ ਦੀ ਧੂੜੀ ਇਹਨੂੰ ਲੱਗੀ ਜਾਵੇ। ਜਿਵੇਂ ਸਰੀਰ ਨੂੰ ਨਿਤ ਜਲ ਚਾਹੀਦਾ, ਇਸ਼ਨਾਨ ਹਰ ਰੋਜ਼ ਕਰਦੇ ਹੋ ਨਾ। ਗਰਮੀਆਂ 'ਚ 2-2 3-3 ਵਾਰ ਜ਼ਿਆਦਾ ਪਸੀਨਾ ਆਉਂਦਾ, ਮੋਇਸਚਰ ਪੈਦਾ ਹੁੰਦਾ। ਇਸੇ ਤਰ੍ਹਾਂ ਮਤ ਨੂੰ ਵੀ ਮੈਂ ਦੀ ਮੈਲ ਲੱਗਦੀ ਹੈ। ਇਹ ਬਾਹਰਲੀ ਮੈਲ ਤਾਂ ਉੱਥੇ ਜਾਣੀ ਨਹੀਂ ਮਤ ਵਿੱਚ। ਇਹਨੂੰ ਮੈਲ ਲੱਗਦੀ ਹੈ ਹਉਮੈ ਦੀ। ਤੇ ਹਉਮੈ ਦੀ ਮੈਲ ਤੁਸੀਂ ਬਹੁਤ ਵਾਰ ਪੜ੍ਹੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਹੀ ਜੀ ਹੈ। ਤੁਹਾਨੂੰ ਇੱਕ ਵਾਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਬਾਣੀ ਘੱਟ ਪੜ੍ਹਿਆ ਕਰੋ, ਬਹੁਤ ਘੱਟ, ਪਰ ਜਿੰਨੀ ਪੜ੍ਹੋ ਉਹਨੂੰ ਨਾਲ ਦੀ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੀਬੀਓ ਤੁਹਾਡਾ ਸਤਨਾਮ ਨਾਲ ਬਾਈਕਾਟ ਹੈ? ਕੋਈ ਬੀਬੀ ਬੋਲਦੀ ਹੋ ਨਹੀਂ? ਗੱਜ ਕੇ ਆਖੋ ਸਤਨਾਮ। ਬੋਲ ਪਿਆ ਕਰੋ ਭਾਈ। ਗੁਰਸਿੱਖ ਪਿਆਰਿਓ, ਕੋਈ ਫਾਰਮੂਲਾ ਨਹੀਂ ਦੁਨੀਆ 'ਚ ਹੋਰ, ਇੱਕੋ ਇੱਕ ਫਾਰਮੂਲਾ। ਸਰੀਰ ਨੂੰ ਸ਼ੁੱਧ ਰੱਖਣਾ ਨਿਤ ਇਸ਼ਨਾਨ, ਮਤ ਨੂੰ ਸ਼ੁੱਧ ਰੱਖਣਾ ਨਿਤ ਗੁਰੂ ਤੇ ਸੰਗਤ ਦੇ ਚਰਨਾਂ ਦੀ ਧੂੜ। ਮਾਘ ਮੱਜਨ ਸੰਗ ਸਾਧੂਆਂ ਹੁਣ ਕਿਉਂ ਮਲੀਨ ਹੁੰਦੀ ਜਾਂਦੀ ਹੈ? ਝੁਕਣਾ ਹਟ ਗਿਆ ਸਾਡੇ ਚੋਂ। ਅਸੀਂ ਝੁਕੀਏ, ਨੀਵੇਂ ਹੋਈਏ। ਇੱਕ ਸਾਡੇ 'ਚ ਕੱਟੜਵਾਦ ਜੰਮੇ ਖਾਲਸਿਆਂ 'ਚ। ਕਹਿੰਦੇ ਜੇ ਕਿਸੇ ਸੰਤ ਨੂੰ ਮੱਥਾ ਟੇਕਤਾ ਸਿੱਖੀ ਟੁੱਟ ਜੂਗੀ। ਹੈ ਸਿੱਖੀ ਫਿਰ ਗੁੱਲੀ ਡੰਡਾ ਹੋਣਾ। ਅੱਜ ਖੇ ਆਖੋ ਸਾਰਿਆਂ ਦੀ ਟੁੱਟ ਜੂ। ਇਹ ਤਾਂ ਗੱਡੀਆਂ ਦੇ ਪਹੀਆਂ ਹੇਠ ਨਹੀਂ ਟੁੱਟੀ, ਇਹ ਤਾਂ ਬੰਦ ਕੱਢੇ ਤੇ ਨਹੀਂ ਟੁੱਟੀ। ਤੇ ਗੁਰੂ ਗ੍ਰੰਥ ਸਾਹਿਬ 24 ਘੰਟੇ ਕਹਿ ਰਹੇ ਨੇ, ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗਾ ਪਾਏ ਜੀਓ। ਮਹਾਰਾਜ ਪੰਚਮ ਪਾਤਸ਼ਾਹ ਦਾ ਬਹੁਤ ਵਚਨ ਨੇ, ਮੈਨੂੰ ਜਿੱਥੇ ਵੀ ਕੋਈ ਗੁਰੂ ਦਾ ਸਿੱਖ ਮਿਲ ਜਾਵੇ ਮੈਂ ਉਹਦੇ ਚਰਨਾਂ ਤੇ ਢਹਿ ਪਵਾਂ। ਦੇਖੋ ਤਾਂ ਇਹ ਕਹਿ ਰਹੇ ਨੇ, ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜਲੀ ਪੁੰਨ ਵੱਡਾ ਹੈ। ਉਹ ਮਤ ਕਿੱਥੇ ਸਿੱਧ ਹੋਣੀ ਸੀ ਗੁਰਸਿੱਖ ਪਿਆਰਿਓ? ਨੋਟ ਕਰ ਲਿਓ ਬੇਨਤੀ, ਜਿਹਨੂੰ ਝੁਕਣਾ ਨਹੀਂ ਆਉਂਦਾ ਉਹਦੀ ਮਤ ਕਦੇ ਉੱਚੀ ਨਹੀਂ ਹੋਊਗੀ। ਦੁੱਖ ਨਾ ਮਨਾਇਓ ਬੱਚੇ, ਮੇਰੇ ਵੀ ਪੜ੍ਹਦੇ ਆ, ਤੁਹਾਡੇ ਵੀ ਪੜ੍ਹੇ ਹੋਏ ਆ। ਮਤ ਤਾਂ ਨਹੀਂ ਆਈ, ਐਵੇਂ ਤਾਂ ਕਰ ਲਈ। ਬਾਪੂ ਨੂੰ ਤਾਂ ਉੱਠ ਕੇ ਇਹ ਕਹਿੰਦੇ ਵੀ ਤੂੰ ਚੁੱਪ ਕਰ ਦੇਂਗੇ ਤੈਨੂੰ ਕਰਾਵਾਂ। ਆਖੋ ਸਤਨਾਮ।
ਕੁੜੀ ਕਰਾਲਤੀ MBBS MD ਤੇ ਬੁੜੀ ਨੂੰ ਕਹੂਗੀ ਤੂੰ ਬੈਠਦੀ ਕਿ ਤੈਨੂੰ ਬਿਠਾਣਾ, ਫਿਰ ਦੱਸੋ ਫਾਇਦਾ ਕੀ ਹੋਇਆ। ਇਹ ਜਿਹੜੀ ਵਿਦਿਆ ਹੈ ਇਹ ਰੁਜ਼ਗਾਰ ਹੈ। ਜਿਹੜੀ ਦੁਨਿਆਵੀ ਵਿਦਿਆ ਨੇ ਸਾਡੀ ਕਾਲਜਾਂ ਦੀ ਸਕੂਲਾਂ ਦੀ, ਇਹ ਪ੍ਰੋਫੈਸ਼ਨਲ ਹੈ। ਇਹ ਪੜ੍ਹਨੀ ਹੈ ਕਮਾਈ ਖਾਤਰ, ਕਿਰਤ ਖਾਤਰ। ਆਹ ਵਿਦਿਆ ਜਿਹੜੀ ਇੱਥੇ ਮਿਲਣੀ ਹੈ ਸੰਗਤ ਦੀ ਝੂੜੀ ਵਿੱਚੋਂ, ਇਹ ਪੜ੍ਹਨੀ ਹੈ ਮਤ ਉੱਚੀ ਕਰਨ ਖਾਤਰ। ਮਤ ਉੱਚੀ ਹੋਵੇ ਤੇਰੀ, ਇਸ ਵਿਦਿਆ ਵਿੱਚ ਤੇਰਾ ਮਨ ਨੀਵਾਂ ਹੋਵੇਗਾ। ਗੁਰੂ ਅਰਜਨ ਕਹਿੰਦੇ ਲੋੜੇ ਨਹੀਂ ਜਾਣ ਦੀ ਤੀਰਥਾਂ ਤੇ, ਜਿੱਥੇ ਸੰਗਤ ਜੁੜੀ ਵੀ ਹੋ ਗਏ ਲਾ ਲੈ ਉੱਥੋਂ ਦੀ ਧੂੜ ਮੱਥੇ ਨੂੰ। ਤੇਰੇ ਮਸਤਕ ਦੇ ਇਸ਼ਨਾਨ ਕੀ, ਤੇਰੀ ਬੁੱਧੀ ਦਾ ਇਸ਼ਨਾਨ ਹੋ ਜਾਵੇਗਾ। ਇਸ਼ਨਾਨ ਤੋਂ ਭਾਵ ਉਹ ਨਿਰਮਲ ਹੋ ਜਾਵੇਗੀ। ਅਗਲਾ ਸ਼ਬਦ ਇਹ ਤੋਂ ਵੀ ਗੰਭੀਰ ਹੈ, ਮੱਜਨ। ਪੜ੍ਹ ਲੈਣਾ ਸੁਣ ਲੈਣਾ ਬਹੁਤ ਸਖਾਲਾ ਹੈ। ਮੱਜਨ, ਮਾਗ ਮੱਜਨ। ਮੱਜਨ ਹੁੰਦਾ ਗੋਤਾ ਲਾਉਣਾ। ਸਰੋਵਰ ਵਿੱਚ ਕਦੇ ਚੱਕ ਕੇ ਪਾਣੀ ਅਸੀਂ ਨਹੀਂ ਪਾ ਸਕਦੇ। ਸਰੋਵਰ ਵਿੱਚ ਅੰਮ੍ਰਿਤਸਰ ਸਾਹਿਬ ਜਾਓ, ਤਰਨਤਾਰਨ ਸਾਹਿਬ ਜਾਓ, ਮਾਤਾ ਗੰਗਾ ਜੀ ਤੇ ਜਾਓ, ਹਰਿਦੁਆਰ, ਉੱਥੇ ਚੱਲਦੇ ਪਾਣੀ ਵਿੱਚ ਖੜੇ ਪਾਣੀ ਵੀ ਤੁਹਾਨੂੰ ਚੁੱਭਾ ਲਾ ਕੇ ਨਹਾਉਣਾ, ਇਹ ਮਰਜ਼ਾਦਾ ਹੈ। ਇੱਦਾਂ ਹੀ ਨਹਾਉਣੇ ਤੁਸੀਂ ਅੰਮ੍ਰਿਤਸਰ ਸਾਹਿਬ। ਤੇ ਚੁੱਭਾ ਵੀ ਤੁਹਾਨੂੰ ਬੇਨਤੀ ਹੈ ਕਿ ਸਿਰ ਤੱਕ ਲਾਇਆ ਕਰੋ। ਸਣ ਕੇਸੀ ਚੁੱਭਾ ਲਾਓ ਸਰੋਵਰ ਵਿੱਚ, ਉਹ ਹੁੰਦੇ ਨੇ ਇਸ਼ਨਾਨ। ਤੇ ਬਹੁਤੇ ਨਾ ਲਾਇਆ ਕਰੋ, ਐਵੇਂ ਦਿਖਾਵਾ ਨਹੀਂ ਕਰੀਦਾ। ਕਈਆਂ ਦਾ ਹੋਰੇ ਰਿਵਾਜ ਹੈ, ਆ ਮੇਰੀ ਚਾਚੀ ਦੇ ਨਾਂ ਦਾ, ਆ ਤਾਈ ਦੇ ਨਾਂ ਦਾ, ਬਾਪੂ ਜੀ ਦੇ ਨਾਂ ਦਾ। ਨਹਾਉਣ ਕੱਲਾ ਗਿਆ, ਉਹਨਾਂ ਨੂੰ ਮਲੇਰ ਕੋਲੇ ਬੈਠਣੇ ਨੂੰ ਨਲਾਤਾ, ਅੱਜ ਖੇ ਖੁਸ਼ਾ ਤੇ ਕੱਪੜੇ ਪਾ ਹੀ ਨਲਾਤੇ, ਉਹ ਵਿੱਚੇ ਵਿਚਾਰੇ ਲਵਾਤੇ ਗੋਤੇ। ਇਹ ਐਵੇਂ ਪਖੰਡ 'ਚ ਨਾ ਬੜਿਆ ਕਰੋ, ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ। ਚਾਚੀ ਦੇ ਕੋਲ ਬੈਠ ਕੇ ਤੂੰ ਉਹਦੇ ਨਾਂ ਦੇ ਪਰੌਂਠੇ ਖਾ ਲੈ ਤੇ ਪੁੱਛ ਚਾਚੀ ਨੂੰ ਭੁੱਖ ਹਟ ਗਈ। ਅੰਬਰਸਰ ਦਾ ਨਹਾਉਣਾ ਤੇ ਚਾਚੀ ਨੂੰ ਕਿੱਥੇ ਲੱਗ ਜੂ। ਕੋਲ ਬੈਠਾ ਤੂੰ ਨਹਾਲਾ, ਚਾਚੀ ਦੀ ਗਰਮੀ ਕਿਵੇਂ ਹਟ ਜੂਗੀ। ਐਵੇਂ ਗੋਤੇ ਲਾਈ ਜਾਣੇ ਨਹੀਂ। ਬਹੁਤੇ ਗੋਤੇ ਸਰੋਵਰਾਂ 'ਚ ਨਹੀਂ ਲਾਈ ਦੇ, ਬਸ ਇੱਕ ਦੋ ਗੋਤਾ ਲਾਓ ਤੇ ਲਾਓ ਸਣ ਕੇਸੀ, ਉਹ ਹੁੰਦਾ ਮੱਜਨ। ਤੇ ਮੱਜਨ ਬਹੁਤ ਕੀਮਤੀ ਸ਼ਬਦ ਲਿਖਿਆ ਗੁਰੂ ਅਰਜਨ ਦੇਵ ਜੀ ਨੇ। ਅੱਗੇ ਹੁੰਦੇ ਸੀ ਖੂਹ। ਹੁਣ ਤਾਂ ਮੇਰੇ ਖਿਆਲ ਜਿਹੜੇ ਸਾਡੇ ਆਪਣੇ ਮੁੰਡੇ ਕੁੜੀਆਂ ਉਹਨਾਂ ਨੂੰ ਤਾਂ ਖੂਹ ਦਾ ਪਤਾ ਹੈ। ਜਿਹੜੀ ਤੀਜੀ ਪੀੜ੍ਹੀ ਆਊਗੀ ਨਿਆਣਿਆਂ ਦੀ, ਉਹ ਤਾਂ ਪੁੱਛੇ ਕਰਨਗੇ ਡੈਡੀ ਖੂਹ ਕਾਹਨੂੰ ਕਹਿੰਦੇ, ਪੁੱਛੇ ਕਰਨਗੇ ਖੂਹ ਕਿੱਥੇ ਰਹਿਣੇ। ਜਿਵੇਂ ਹੁਣ ਦੀਆਂ ਕੁੜੀਆਂ ਮੰਮੀ ਨੂੰ ਪੁੱਛਦੀਆਂ ਮੰਮੀ ਚਰਖਾ ਕੀ ਹੁੰਦਾ ਹੈ, ਅੱਜ ਖੇ ਕੋਲ ਵੇਖੋ। ਉਹ ਪੁਰਾਤਨ ਸਭਿਅਤਾ ਰਹੀ ਹੋਣੀ ਸਾਡੇ ਕੋਲ ਗੁਰਸਿੱਖ ਪਿਆਰੇ। ਐਸੀ ਅਵਸਥਾ ਖੂਹ ਹੁੰਦੇ ਸੀ, ਤੁਹਾਡੇ ਯਾਦ ਹੋਣੇ। ਤੇ ਬਾਲਟੀ ਡੋਲ ਹੁੰਦਾ ਸੀ ਪਾਣੀ ਕੱਢਣ ਵਾਸਤੇ, ਉਹ ਡਿੱਗ ਪੈਂਦੇ ਸੀ ਕਈ ਵਾਰ ਖੂਹ 'ਚ। ਉਹਦੇ ਦੋਏ ਤਰੀਕੇ ਹੁੰਦੇ ਸੀ, ਜਾਂ ਤਾਂ ਕੰਡਾ ਫੇਰੀ ਦਾ ਹੁੰਦਾ ਸੀ, ਜਾਂ ਫਿਰ ਡਬੋਲਚੀ ਬਲਾਈ ਦਾ ਹੁੰਦਾ ਸੀ, ਜਿਹੜਾ ਚੁੱਭਾ ਮਾਰ ਕੇ ਚੱਕ ਲਿਆ ਹੁੰਦਾ ਸੀ। ਇੱਥੇ ਬਹੁਤ ਸਮਝਣ ਵਾਲਾ ਸ਼ਬਦ ਹੈ ਮੱਜਨ। ਕਿਉਂ ਲਿਖਿਆ ਮਹਾਰਾਜ ਨੇ? ਉਹ ਜਦੋਂ ਗੋਤਾਖੋਰ ਖੂਹ ਵਿੱਚ ਉਤਰਦਾ ਤਾਂ ਮੌਣ ਉੱਤੇ 5-7 ਤਾਂ ਖੜੇ ਹੀ ਹੁੰਦੇ ਸੀ ਦੇਖਣ ਵਾਲੇ। ਜਦ ਤੱਕ ਉਹ ਪਾਣੀ ਵਿੱਚ ਹੈਗਾ, ਬਾਹਰ ਸਾਰਿਆਂ ਨਾਲ ਉਹਦਾ ਸੰਪਰਕ ਹੋਵੇਗਾ, ਉੱਪਰਲਿਆਂ ਨਾਲ ਸਭ ਨੂੰ ਦਿਖੇਗਾ, ਬੋਲਦਾ ਵੀ ਸੁਣੇਗਾ। ਪਰ ਹੁਣ ਧਿਆਨ ਦਿਓ ਬਹੁਤ, ਜਦੋਂ ਗੋਤਾ ਮਾਰ ਦੇਵੇ ਪਾਣੀ ਵਿੱਚ ਡੁੱਬ ਜਾਂਦਾ, ਉਹਦਾ ਬੋਲਣਾ ਵੀ ਬੰਦ, ਉਹਦਾ ਸੁਣਨਾ ਵੀ ਬੰਦ, ਉਹਦਾ ਦੇਖਣਾ ਵੀ ਬੰਦ। ਤੁਹਾਡੇ ਸਾਹਮਣੇ ਦੀ ਘਟਨਾ ਖੂਹ ਵਿੱਚ, ਸਰੋਵਰ ਵਿੱਚ ਗੋਤਾ ਲਾਵੇ, ਕੋਈ ਦਰਿਆ 'ਚ ਲਾਵੇ, ਜਦੋਂ ਪਾਣੀ ਵਿੱਚ ਡੁੱਬ ਜਾਏਗਾ ਉਹਦੀ ਸੰਸਾਰ ਦੀ ਕਿਰਿਆ ਸਾਰੀ ਬੰਦ ਹੋ ਜਾਏਗੀ, ਸਾਰਿਆਂ ਤੋਂ ਟੁੱਟ ਜਾਏਗਾ। ਤੇ ਉਹਦਾ ਧਿਆਨ ਕਿੱਥੇ ਹੋਊਗਾ? ਇੱਕ ਚੀਜ਼ ਤੇ, ਜਿਹਨੂੰ ਉਹ ਟੋਲ ਨੰਗੇ ਹੈ। ਸਾਰਾ ਧਿਆਨ ਕੇਂਦਰ ਹੋ ਜਾਊਗਾ ਕਿ ਬਾਲਟੀ ਕਿੱਥੇ ਪਈ ਹੈ, ਡੋਲ ਕਿੱਥੇ ਪਿਆ, ਜਿਹਨੂੰ ਟੋਲਣਾ ਹੈ। ਇਹ ਹੈ ਸੰਗਤ ਦਾ ਸਰੋਵਰ। ਇਹਦੇ ਵਿੱਚ ਨਾਮ ਦਾ ਜਲ। ਹੁਣ ਤੁਸੀਂ ਨਹਾ ਨਹੀਂ ਰਹੇ, ਹੁਣ ਤੁਸੀਂ ਡੁੱਬੇ ਹੋਏ ਹੋ। ਅੱਜ ਕੇ ਆਖੋ ਸਤਿਨਾਮ। ਉਹ ਜਿਹੜੀ ਧੂੜੀ ਹੈ ਉਹ ਮਸਤਕ ਮੱਥੇ ਦਾ ਇਸ਼ਨਾਨ ਹੈ, ਬੁੱਧੀ ਦਾ। ਤੇ ਜਦ ਤੁਸੀਂ ਬੈਠ ਕੇ ਸਰਵਣ ਭਗਤੀ ਕਰ ਰਹੇ ਹੋ ਨਾ, ਹੁਣ ਇਹ ਹੈ ਮੱਜਨ। ਹੁਣ ਗੋਤਾ ਲੱਗਿਆ ਹੋਇਆ ਕਿਸ ਸਰੋਵਰ ਵਿੱਚ? ਇਹ ਸਾਧ ਸੰਗਤ ਦਾ ਸਰੋਵਰ
ਨਾਮ ਦਾ ਅੰਮ੍ਰਿਤ ਜਲ। ਇਹਦੇ ਵਿੱਚ ਗੋਤਾ ਹੈ ਹੁਣ ਤੁਹਾਡਾ। ਉਸ ਖੂਹ ਵਾਲਾ ਹੀ ਹਾਲ ਹੈ ਤੁਹਾਡਾ ਬੋਲਣਾ ਬੰਦ ਹੈ। ਕੋਈ ਬਾਤ ਤੁਹਾਨੂੰ ਹੁਣ ਚੰਗੀ ਨਹੀਂ ਲੱਗਦੀ ਕਿ ਸੁਣੀਏ, ਕਿਸੇ ਨੂੰ ਦੇਖਣਾ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਤੇ ਤੁਹਾਡਾ ਧਿਆਨ ਹੁਣ ਕਿਸੇ ਪਾਸੇ ਨਹੀਂ ਹੈ। ਇੱਕ ਪਾਸੇ ਹੈ ਵੀ ਗਾਹਾਂ ਕਿਹੜਾ ਸ਼ਬਦ ਆਉਂਦਾ ਹੈ, ਅੱਜ ਕੇ ਆਖੋ ਸਤਨਾਮ, ਦੱਸ ਦੋ ਕਿਸੇ ਪਾਸੇ ਹੈ। ਹੁਣ ਯਾਦ ਹੈ ਟਰੱਕਾਂ ਵਾਲਿਆਂ ਨੂੰ ਟਰੱਕ, ਕਣਕ ਵਾਲਿਆਂ ਨੂੰ ਕਣਕ ਯਾਦ ਹੈ। ਹੁਣ ਕੋਈ ਫੈਕਟਰੀ ਯਾਦ ਹੈ ਤੁਹਾਡੀ? ਜੇਬ ਵਿੱਚ ਬਟੂਆ ਯਾਦ ਹੈ, ਸਕੂਟਰ ਯਾਦ ਹੈ, ਬੜੇ ਕੀਮਤੀ ਜੋੜੇ ਖੁੱਲੇ ਹੋਣਗੇ ਉੱਥੇ ਤੁਹਾਡੇ, ਕੋਈ ਯਾਦ ਨਹੀਂ ਕਿੱਥੇ ਪਏ ਨੇ, ਕਿਉਂਕਿ ਗੋਤਾ ਲੱਗ ਚੁੱਕਿਆ ਨਾ। ਹੁਣ ਕਿਸ ਵੱਲ ਧਿਆਨ ਜਾਵੇ? ਹੁਣ ਧਿਆਨ ਇੱਕੋ ਗੁਰੂ ਦੇ ਸ਼ਬਦ ਵੱਲ। ਉਹ ਗੋਤੇਖੋਰ ਦਾ ਧਿਆਨ ਜਦੋਂ ਡੁੱਬ ਜਾਵੇ ਪਾਣੀ ਵਿੱਚ, ਬਾ ਇੱਕ ਪਾਸੇ ਹੁੰਦਾ ਜਿਹੜੀ ਚੀਜ਼ ਨੂੰ ਲੱਭਣ ਆਇਆ। ਇੱਥੇ ਕਿਹੜੀ ਚੀਜ਼ ਲੱਭਣ ਆਏ? ਬਾਣੀ ਨੇ ਬਾਰ-ਬਾਰ ਕਿਹਾ ਸਾਨੂੰ, ਇਹੋ ਤੇਰੀ ਬਾਰੀ ਗੋਬਿੰਦ, ਇਹੋ ਤੇਰੀ ਬਾਰੀ ਗੋਬਿੰਦ ਮਿਲਣ ਦੀ। ਗੋਬਿੰਦ ਮਿਲਣ ਦੀ, ਗੋਬਿੰਦ ਮਿਲਣ ਦੀ। ਇਹੋ ਤੇਰੀ ਬਾਰੀ, ਇਹੋ ਤੇਰੀ ਬਾਰੀ। ਇਹ ਤੇਰੀ ਬਾਰੀ ਗੋਬਿੰਦ ਪਿਆਰਿਓ, ਇਹੋ ਤੇਰੀ ਬਾਰੀ ਗੋਬਿੰਦ ਮਿਲਣ ਦੀ। ਇੱਥੇ ਧਿਆਨ ਇੱਕ ਚੀਜ਼ ਵੱਲ ਕਿ ਮਾਨੁਸ਼ ਜਨਮ ਬਹੁਰ ਨਹੀਂ ਪਾਵਸ, ਕਿਛੂ ਉਪਾਓ ਮੁਕਤ ਕਾ ਕਰ। ਇੱਥੇ ਧਿਆਨ ਹੀ ਇੱਕ ਵੱਲ ਹੋਣਾ ਕਿ ਮਿਲ ਸਾਧ ਸੰਗਤ ਭਜ ਕੇਵਲ ਨਾ। ਇਹ ਆਮ ਨਹੀਂ ਹੋ ਸਕਦਾ ਗੁਰਸਿੱਖ ਪਿਆਰਿਓ। ਬਾਣੀ ਤੁਸੀਂ ਘਰ ਪੜ੍ਹਦੇ ਹੀ ਹੋਵੋਗੇ, ਰਾਤ ਵੀ ਤੁਹਾਨੂੰ ਬੇਨਤੀ ਕੀਤੀ ਸੀ ਪੜ੍ਹਿਆ ਕਰੋ, ਪਰ ਪੜ੍ਹਦੇ ਹੋ ਕਰਮਾਂ ਵਾਲੇ ਤੇ ਆ ਕੇ ਸੰਤਾਂ ਬਾਬਿਆਂ ਨੂੰ ਇਹੀ ਪੁੱਛਦੇ ਆ ਜੀ ਬਾਣੀ ਤਾਂ ਪੜ੍ਹਦਾ ਪਰ ਧਿਆਨ ਨਹੀਂ ਲੱਗਦਾ, ਮਨ ਨਹੀਂ ਲੱਗਦਾ। ਸਵਾਲ ਤੁਹਾਡਾ ਇਹੀ ਹੈ। ਇੱਥੇ ਹੁਣ ਤੁਸੀਂ ਉਹ ਆਪ ਮੰਨੋਗੇ ਹੀ, ਮੰਨਿਓ ਬੈਠੇ ਆ ਵੀ ਹੁਣ ਧਿਆਨ ਲੱਗਿਆ ਵਾ, ਕਿਸੇ ਪਾਸੇ ਗਿਆ ਹੀ ਨਹੀਂ। ਇਹ ਹੈ ਮੱਜਨ। ਇਸੇ ਨੂੰ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕੀਤਾ ਬਾਣੀ ਵਿੱਚ ਕਿ ਸੰਤ ਸਰੋਵਰ ਨਹਾਵੇ, ਸੋ ਜਨ ਪਰਮ ਗਤ ਪਾਵੇ। ਹੁਣ ਸੰਤ ਸ਼ਬਦ ਦਾ ਕੀ ਅਰਥ ਕਰੋਗੇ? ਕਿ ਸੰਤ 12-14 ਦਾ ਸਰੋਵਰ ਹੈ ਕਿ 20-21 ਦਾ ਸਰੋਵਰ ਹੈ? 17 ਫੁੱਟ ਡੂੰਘਾ ਸੰਤ। ਸੰਤ ਸਰੋਵਰ, ਸੰਤ ਜਿੱਥੇ ਜਾਵੇਗਾ ਬੈਠੇਗਾ, ਸੰਤ ਜਪਾਵੇ ਨਾਮ, ਉਹ ਨਾਮ ਦਾ ਸਰੋਵਰ, ਪਰਮੇਸ਼ਰ ਦੇ ਸਿਮਰਨ ਦਾ ਸਰੋਵਰ। ਉਹਦੇ ਵਿੱਚ ਜਿਹੜਾ ਗੋਤਾ ਲਾਵੇਗਾ ਉਹ ਪਰਮ ਗਤ ਪਾਵੇ, ਮੁੜ ਕੇ ਜਨਮ ਮਰਨ ਹੋਣਾ ਹੀ ਨਹੀਂ।
ਇਹਨੂੰ ਸੁਣ ਲਓ ਹੋਰ ਜਗ੍ਹਾ। ਮਨ ਸਾਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾਵੇ। ਐਡਾ ਹੁਕਮ ਮਹਾਰਾਜ ਦਾ ਗੁਰਸਿੱਖ ਪਿਆਰਿਓ। ਜਨਮ ਮਰਨ ਮਿਟਾਵੇ ਉਹ ਹੈ ਮੱਜਨ। ਦੋ ਸ਼ਬਦ ਇਸ ਤੁਕ ਵਿੱਚ ਵਰਤੇ ਨੇ ਸਤਿਗੁਰਾਂ ਨੇ, ਇੱਕ ਇਸ਼ਨਾਨ, ਇੱਕ ਮੱਜਨ। ਇਸ਼ਨਾਨ ਹੈ ਧੂੜੀ ਦਾ ਮੱਥੇ ਨੂੰ ਲੱਗ ਜਾਣਾ। ਬਹੁਤ ਵੱਡੇ ਕਰਮ ਹੋਣ ਤਾਂ ਪ੍ਰਾਪਤ ਹੋਵੇ। ਤੇ ਗੁਰਸਿੱਖ ਪਿਆਰਿਓ ਮੱਜਨ ਹੈ ਸਾਧ ਸੰਗਤ ਦੇ ਸਰੋਵਰ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਸੁਣਨਾ। ਇਹ ਹੈ ਗੋਤਾ ਲਾਉਣਾ। ਇਹ ਸਭ ਕੁਝ ਭੁਲਾ ਦਿੰਦਾ। ਪਰ ਹੁਣ ਅਗਲੀ ਤੁਕ 12 ਮਾਹ ਸਾਹਿਬ ਜੀ ਦੀ, ਅੱਜ ਦੇ ਮਹੀਨੇ ਦੀ। ਇਹ ਕਿੱਥੋਂ ਦੀ ਗੱਲ ਕਰ ਰਹੇ ਨੇ ਮਹਾਰਾਜ? ਕਿਸ ਜਗ੍ਹਾ ਦੀ ਗੱਲ ਕਰ ਰਹੇ ਨੇ ਜਿੱਥੇ ਧੂੜੀ ਮੱਥੇ ਨੂੰ ਲਾ ਤੇ ਬੈਠ ਕੇ ਗੋਤਾ ਲਾ? ਉਹ ਕਿਹੜੀ ਜਗ੍ਹਾ ਹੈ ਜਿੱਥੇ ਹਰ ਕਾ ਨਾਮ ਧਿਆਏ ਸੁਣ, ਜਿੱਥੇ ਇੱਕ ਵਾਹਿਗੁਰੂ ਦਾ ਨਾਮ, ਬਸ ਦੂਜੀ ਗੱਲ ਨਾ ਹੋਵੇ। ਇੱਕ ਗਾਹਾਂ ਥੋੜੀ ਜੀ ਗੰਭੀਰ ਗੱਲ ਲਿਖੀ ਹੈ, ਪੜ੍ਹਨ ਨੂੰ ਬੜੀ ਸਾਦੀ ਹੈ ਬਾਣੀ, ਕਿ ਸਭਨਾਂ ਨੂੰ ਕਰਦਾਨ। ਇਹਦਾ ਅਖਰੀ ਅਰਥ ਤਾਂ ਇਹੀ ਕਰਦੇ ਆ ਕਿ ਸਾਰਿਆਂ ਨੂੰ ਦਾਨ ਕਰੋ। ਤੁਸੀਂ ਬੈਠੇ ਹੋ ਸਿਆਣੇ, ਕਰ ਸਕਦਾ ਤੁਹਾਡੇ ਚੋਂ ਕੋਈ ਸਾਰਿਆਂ ਨੂੰ ਦਾਨ? 30 ਵਾਰ ਤਾਂ ਸਗਾ ਕੁੜਮ ਉਧਾਰ ਲੈਣ ਆ ਜਾਵੇ, ਕਹਿ ਦੇਣਗੇ ਨਿਆਣਿਆਂ ਨੂੰ ਕਹਿ ਦੋ ਘਰੇ ਨਹੀਂ ਹੈ, ਅੱਜ ਖੇ ਖੁਲ ਸਤਨਾਮ। ਦਾਨ ਤਾਂ ਤੂੰ ਕੀ ਕਰਨਾ ਹੈ? ਸਾਰਿਆਂ ਨੂੰ ਦਾਨ ਆਪਾਂ ਕਿੱਥੇ ਕਰਨ ਜੋਗੇ ਭਾਈ? ਦੂਈ ਵਾਰ ਭਿਖਾਰੀ ਆ ਜਾਵੇ, ਜਦ ਡਾਂਗ ਚੱਕ ਲੈਂਗੇ ਤੂੰ ਹੁਣੀ ਆ ਕੇ ਗਏ। ਸਭਨਾਂ ਨੂੰ ਕਰਦਾਨ, ਬੜਾ ਗੰਭੀਰ ਸ਼ਬਦ ਵਰਤੇ ਮਹਾਰਾਜ ਨੇ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹ ਨਾਮ ਜਪਣ ਦਾ ਅਧਿਕਾਰ ਸਾਰਿਆਂ ਨੂੰ ਨਹੀਂ ਸੀ। ਲੰਗਰ ਵਿੱਚ ਬੈਠ ਕੇ ਭੋਜਨ ਛਕਣ ਦਾ ਅਧਿਕਾਰ ਸਾਰਿਆਂ ਨੂੰ ਨਹੀਂ ਸੀ। ਸ਼ੂਦਰ ਸਮਝਿਆ ਜਾਂਦਾ ਸੀ ਸਾਡੇ ਭਰਾਵਾਂ ਨੂੰ, ਜਿਨ੍ਹਾਂ ਦਾ ਨਾਮ ਹੁਣ ਹਰੀ ਜਨ ਰੱਖਿਆ। 5-6 ਨੇ ਵਿਚਾਰੇ ਜਿਨ੍ਹਾਂ ਦਾ ਨਾਂ ਹਰੀ ਜਨ ਹੈ। ਇਹਨਾਂ ਨੂੰ ਹਰੀ ਦੇ ਬਣਾਤਾ, ਬਾਕੀਆਂ ਨੂੰ ਕੱਢੇ ਦਿੱਤਾ। ਖੁਸ਼ਾਤ ਨੇ ਬਾਕੀ ਪਤਾ ਨਹੀਂ ਕਿਹਦੇ ਆ, ਉਹਨਾਂ ਦਾ ਵੀ ਕੋਈ ਨਾਮ ਰੱਖ ਲਓ। ਸਾੜਾ ਵੀ ਤੁਸੀਂ ਕਿਹਦੇ ਹੋ? ਇਹੀ ਰਹਿ ਗਏ ਹਰੀ ਦੇ ਵਿਚਾਰੇ 5-6। ਆਪਾਂ ਤਾਂ ਗਏ ਆਏ। ਉਹ ਪਰਮੇਸ਼ਰ ਦੇ ਜੋ ਵੀ ਇੱਥੇ ਭੇਜੇ ਆ ਸਭ ਵਾਹਿਗੁਰੂ ਦਾ ਹੀ, ਉਸੇ ਨੇ ਪੈਦਾ ਕੀਤੇ ਨੇ। ਇਹ ਤਾਂ ਐਵੇਂ ਪ੍ਰਮੋਸ਼ਨ ਕਰਤੀ ਵਿਚਾਰਿਆਂ ਦੀ। 47 ਤੋਂ ਬਾਅਦ ਲੋੜ ਪੈ ਗਈ। ਜਦੋਂ ਮਤਲਬ ਹੁੰਦਾ ਫਿਰ ਤਾਂ ਜੋ ਮਰਜ਼ੀ ਕਹਾ ਲਓ। ਪਰ ਗ੍ਰੰਥ ਪੜ੍ਹੋ, ਦੁਨੀਆ ਦੇ ਜਿਤਨੇ ਸਾਡੇ ਪਏ ਨੇ ਧਾਰਮਿਕ ਗ੍ਰੰਥ, ਕਿਸੇ ਗ੍ਰੰਥ ਵਿੱਚ ਇਹਨਾਂ ਵੀਰਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਹੋਈ। ਕਿਸੇ ਧਰਮ ਸਥਾਨ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਹੋਈ। ਤੀਰਥ ਉੱਤੇ ਕੋਈ ਜਗ੍ਹਾ ਨਹੀਂ ਇਹਨਾਂ ਨੂੰ ਦਿੱਤੀ ਗਈ। ਗੁਰਸਿੱਖ ਪਿਆਰੇ, ਉਹ ਨਹਾ ਨਹੀਂ ਸੀ ਸਕਦੇ, ਮੰਦਰ ਵਿੱਚ ਜਾ ਕੇ ਸੁਣ ਨਹੀਂ ਸੀ ਸਕਦੇ ਕਥਾ ਨਾਮ ਬਾਣੀ, ਭੋਜਨ ਨਹੀਂ ਸੀ ਛਕ ਸਕਦੇ ਲੰਗਰ ਵਿੱਚ ਬੈਠ ਕੇ। ਗੁਰੂ ਅਰਜਨ ਕਹਿੰਦੇ ਉਸ ਸੰਗਤ ਵਿੱਚ ਜਾਈ ਜਿੱਥੇ ਵਾਹਿਗੁਰੂ ਦਾ ਨਾਮ ਸੁਣਾਇਆ ਸੁਣਿਆ ਜਾਵੇ ਤੇ ਕੋਈ ਫਰਕ ਨਾ ਹੋਵੇ ਕਿ ਕੌਣ ਸੁਣਦਾ ਹੈ। ਖੋਜ ਸਤਨਾਮ। ਵਾਹਿਗੁਰੂ ਦੇ ਨਾਮ ਦਾ ਦਾਨ ਜੇ ਸਭ ਨੂੰ ਇਕਸਾਰ ਦਿੱਤਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਨੇ ਦਿੱਤਾ ਹੈ। ਨੋਟ ਕਰ ਲਿਓ, ਪਹਿਲਾਂ ਨਹੀਂ ਦਿੱਤਾ ਗਿਆ। ਇੱਥੇ ਬੈਠੇ ਹੋਣੇ ਮੇਰੇ ਵੀਰ ਹਰੀਜਨ, ਇਹਨਾਂ ਦਾ ਨਾਮ ਹੈ ਗ੍ਰੰਥਾਂ ਵਿੱਚ ਸ਼ੂਦਰ। ਆ ਜਾਂਦੀ ਹੈ ਲੁਧਿਆਣੇ ਨੂੰ ਸੜਕ ਡੇਲੋ ਨੂੰ, ਤੁਹਾਡੀ ਇੱਧਰ ਜਾਂਦੀ ਹੈ ਧੂਰੀ ਨੂੰ। ਕੋਈ ਪੰਡਤ ਉੱਚੀ ਜਾਤੀ ਦਾ ਮੇਰਾ ਵੀਰ ਤੁਰਿਆ ਆਉਂਦਾ ਹੋਵੇ ਧੂਰੀ ਤੋਂ ਮਲੇਰਕੋਟਲੇ ਨੂੰ, ਤੇ ਇੱਧਰੋਂ ਜਾਵੇ ਕੋਈ ਹਰੀਜਨ ਸ਼ੂਦਰ, ਉਹਦੇ ਵਾਸਤੇ ਹੁਕਮ ਪਤਾ ਕੀ ਹੈ? ਟ੍ਰੈਫਿਕ ਦਾ ਨਿਯਮ ਕੀ ਸੀ, ਅਸੂਲ? ਇਹ ਨਹੀਂ ਸੀ ਕਿ ਲੈਫਟ ਹੈਂਡ ਡਰਾਈਵ ਹੈ, ਖੱਬੇ ਹੱਥ ਤੁਰਨਾ। ਨਹੀਂ, ਉਸ ਸ਼ੂਦਰ ਨੂੰ ਹੁਕਮ ਸੀ ਖੜ ਜਾਣਾ। ਤੂੰ ਖੜ ਕੇ ਵੇਖਣਾ ਕਿ ਹਵਾ ਕਿਹੜੀ ਚੱਲਦੀ ਹੈ। ਉਸ ਉੱਚੀ ਸ਼੍ਰੇਣੀ ਦੇ ਤੂੰ ਉਸ ਪਾਸੇ ਦੀ ਲੰਘਣਾ ਜਿੱਧਰ ਨੂੰ ਹਵਾ ਜਾਂਦੀ ਹੋਵੇ। ਜਿੱਧਰ ਤੋਂ ਹਵਾ ਆਉਂਦੀ ਹੈ ਇਹ ਭਰਾ ਉਸ ਪਾਸੇ ਨੂੰ ਲੰਘ ਨਹੀਂ ਸੀ ਸਕਦੇ। ਕਿਉਂ? ਕਹਿੰਦੇ ਤੈਨੂੰ ਹਵਾ ਲੱਗ ਕੇ ਜੇ ਉਹਨੂੰ ਲੱਗ ਗਈ ਸ਼ਾਇਦ ਪੋਲੀਓ ਹੋ ਜਾਵੇ। ਅੱਜ ਖੋ ਸਤਨਾਮ, ਖਤਰਾ ਹੈ ਅਧਰੰਗ ਦਾ ਅਟੈਕ ਨਾ ਹੋ ਜਾਵੇ ਉਹਨੂੰ। ਇੱਕ ਹੋਰ ਸਮਝਦਾਰ ਬੰਦੇ ਬੈਠੇ ਹੋ ਤੁਸੀਂ,
ਬੰਦੇ ਲੰਘਣ ਦਾ ਖਤਰਾ ਕਿ ਇਹਦੀ ਹਵਾ ਲੱਗੀ ਉਸ ਨੂੰ ਨਾ ਲੱਗ ਜਾਵੇ, ਪਰ ਗਧਾ ਲੰਘ ਜਾਵੇ ਕੋਈ ਫਰਕ ਨਹੀਂ, ਸੂਰ ਲੰਘ ਜਾਵੇ ਕੋਈ ਛਾਇਆ ਨਹੀਂ। ਵੇਖੋ ਬੰਦੇ ਨੂੰ ਕੀ ਬਣਾ ਰੱਖਿਆ ਸੀ ਗੁਰਸਿੱਖ ਪਿਆਰਿਆ। ਉਸ ਉੱਚੀ ਸ਼੍ਰੇਣੀ ਦੇ ਕੋਲ ਨੂੰ ਗਧਾ ਲੰਘ ਜਾਵੇ ਕੋਈ ਡਰ ਨਹੀਂ, ਸੂਰ ਲੰਘ ਜਾਵੇ, ਕੁੱਤਾ ਲੰਘ ਜਾਵੇ, ਉਹਦਾ ਕੋਈ ਡਰ ਨਹੀਂ। ਪਰ ਜੇ ਨੀਵੀਂ ਜਾਤੀ ਦਾ ਲੰਘ ਗਿਆ ਤੇ ਮਰ ਗਏ। ਅੱਜ ਖੇ ਆਖੋ ਸਤਨਾਮ। ਸੂਰਾਂ ਗਧੇ ਨਾਲੋਂ ਵੀ ਮਾੜਾ ਬਣਾਤਾ, ਉਹਨਾਂ ਨੂੰ ਕੋਈ ਪਰਹੇਜ਼ ਨਹੀਂ। ਅਰ ਇੱਕ ਹੋਰ ਪ੍ਰੋਬਲਮ ਹੋ ਜਾਂਦੀ ਹੋਣੀ ਹੈ, ਕਈ ਵਾਰ ਹਵਾ ਚੱਲਦੀ ਨਹੀਂ ਹੁੰਦੀ, ਬਸ ਟ੍ਰੈਫਿਕ ਜਾਮ, ਦੋਏ ਖੜੇ ਡੀਕਣਗੇ ਵੀ ਕਦੋਂ ਬੁੱਲਾ ਆਵੇ ਲੰਘੀਏ। ਅੱਜ ਖੇ ਆਖੋ ਸਤਨਾਮ। ਦੇਖੋ ਕੈਸੇ ਸੂਲ। ਅੱਜ ਪੜ੍ਹ ਲਓ ਮਨੂ ਸਮ੍ਰਿਤੀ ਵਿੱਚ, ਮੈਂ ਸਾਡੇ ਡੇਰੇ ਪਈਆ ਪੜ੍ਹ ਲਿਓ ਆ ਕੇ। ਅੱਜ ਜੋ ਕੁਝ ਬੋਲ ਰਹੇ ਮੈਂ ਅੱਜ ਪੜ੍ਹਾ ਸਕਦਾ ਤੁਹਾਨੂੰ, ਲਿਖਿਆ ਹੋਇਆ। ਮਨੂ ਜੀ ਨੇ ਵੰਡ ਕੀਤੀ ਸੀ, ਕਿਸੇ ਮੰਦਰ ਵਿੱਚ ਜਾ ਕੇ ਕੋਈ ਨਹੀਂ ਸੀ ਸੁਣ ਸਕਦਾ ਇਹਨਾਂ ਵੀਰਾਂ ਦਾ। ਵੀਰੋ ਤੁਹਾਨੂੰ ਬੇਨਤੀ ਹੈ, ਆਲੇ ਦੁਆਲੇ ਨਾ ਫਿਰੋ, ਜਿੱਥੇ ਤੁਹਾਨੂੰ ਜਗ੍ਹਾ ਮਿਲੀ ਹੈ ਉਹਦੇ ਨਾਲ ਜੁੜੋ। ਆ ਹੈ ਇੱਕ ਬਾਪੂ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਆਇਆ ਇੱਕ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਬੈਠੇ ਨੇ, ਖੱਡੀਆਂ ਬੁਣਨ ਵਾਲਾ ਰਵਿਦਾਸੀਆ ਵੀ ਬਰਾਬਰ ਕੁਰਸੀ ਡਾਹੀ ਬੈਠਾ। ਜਿੱਥੇ ਇਹਦੇ ਵਿੱਚ ਗੁਰੂ ਅੰਗਦ ਦੇਵ ਬੈਠੇ ਨੇ, ਗੁਰਮੁਖ ਪਿਆਰਿਓ, ਜੁੱਤੀਆਂ ਗੰਢਣ ਵਾਲਾ ਰਵਿਦਾਸੀਆ, ਖੱਡੀਆਂ ਬੁਣਨ ਵਾਲਾ ਕਬੀਰ ਵੀ ਬਰਾਬਰ ਪਲੰਗ ਡਾਹੀ ਬੈਠਾ। ਜਿੱਥੇ ਇਹਦੇ ਵਿੱਚ ਗੁਰੂ ਅਮਰਦਾਸ ਬੈਠੇ ਨੇ, ਘਰ ਘਰ ਬੁੱਤੀਆਂ ਕਰਨ ਵਾਲਾ ਸੈਣ ਨਾਈ ਬਰਾਬਰ ਬੈਠਾ। ਜਿੱਥੇ ਗੁਰੂ ਰਾਮਦਾਸ ਬੈਠੇ ਨੇ, ਇਹਦੇ ਵਿੱਚ ਨਾਮਾ ਚੀਂਬਾ ਕੱਪੜੇ ਰੰਗਣ ਵਾਲਾ ਵੀ ਬਰਾਬਰ ਬੈਠਾ। ਉਹ ਜਿੱਥੇ ਗੁਰੂ ਅਰਜਨ ਬੈਠੇ, ਹੋਰ ਦੀਆਂ ਗੱਲਾਂ ਛੱਡੋ, ਬਾਲਮੀਕ ਤੇ ਸਦਨਾ ਕਸਾਈ ਵੀ ਵਿੱਚੇ ਬੈਠੇ। ਅੱਜ ਖੇ ਆਖੋ ਸਤਨਾਮ। ਐਸਾ ਕਮਿਊਨਿਜ਼ਮ ਸੈਕੂਲਰਿਜ਼ਮ ਦੁਨੀਆ ਵਿੱਚ ਤੁਹਾਨੂੰ ਨਹੀਂ ਮਿਲ ਸਕਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਟ ਤੁਹਾਡੇ ਸਾਹਮਣੇ ਹੈ। ਗੁਰਸਿੱਖ ਪਿਆਰੇ, ਕੋਈ ਫਰਕ ਹੀ ਨਹੀਂ ਰੱਖਿਆ। ਕਿਤੇ ਲਿਖਿਆ ਗੁਰੂ ਨਾਨਕ ਨੂੰ ਜੁਦਾ ਮੱਥਾ ਟੇਕਿਓ ਆ ਕੇ, ਵੀ ਕਬੀਰ ਨੂੰ ਨਾ ਟੇਕ ਹੋ ਜਾਵੇ। ਜਦ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋਗੇ, ਜਿੱਥੇ 6 ਪਾਤਸ਼ਾਹੀਆਂ ਦੀ ਬਾਣੀ ਨੂੰ ਟੇਕ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ 17 ਭੱਟਾਂ ਨੂੰ ਨਾਲੇ ਭਗਤਾਂ ਨੂੰ ਇਕੱਠਾ ਮੱਥਾ ਟੇਕ ਹੁੰਦਾ। ਇੱਥੇ ਫਰਕ ਹੀ ਨਹੀਂ ਰੱਖਿਆ। ਪਰ ਸਾਡੇ ਵੀਰ ਅਜੇ ਵੀ ਆਲੇ ਦੁਆਲੇ ਫਿਰਦੇ ਨੇ। ਜੇ ਤੁਹਾਨੂੰ ਬਰਾਬਰੀ ਦਾ ਹੱਕ ਕਿਸੇ ਨੇ ਦਿੱਤਾ ਤਾਂ ਕੇਵਲ ਤੇ ਕੇਵਲ ਉਹ ਗੁਰੂ ਨਾਨਕ ਦੇਵ ਹੈ। ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ। ਹਾਜੋ ਵਰਨਾ ਕੋ ਸਾਂਝਾ, ਉਪਦੇਸ਼ ਸਤਿਗੁਰ, ਉਪਦੇਸ਼ ਬਾਬੇ ਨਾਨਕ ਦਾ। ਚੌ ਵਰਨਾ ਕੋ ਸਾਂਝਾ ਹੈ ਉਪਦੇਸ਼ ਬਾਬੇ, ਉਪਦੇਸ਼ ਸਤਿਗੁਰ ਨਾਨਕ ਦਾ। ਸਾਰਿਆਂ ਦੀ ਬਾਣੀ ਭਾਸ਼ਾ, ਭਾਸ਼ਾ ਦੇਖੋ ਸਾਨੂੰ ਸਭ ਗ੍ਰੰਥਾਂ ਦਾ ਸਤਿਕਾਰ ਹੈ। ਕੁਰਾਨ ਮਜੀਦ ਬਹੁਤ ਮਹਾਨ ਪਾਕ ਪਵਿੱਤਰ ਗ੍ਰੰਥ ਹੈ, ਪਰ ਉਸ ਸਾਰੇ ਗ੍ਰੰਥ ਵਿੱਚੋਂ ਤੁਸੀਂ ਅਰਬੀ ਤੋਂ ਬਿਨਾਂ ਇੱਕ ਅੱਖਰ ਵੀ ਨਹੀਂ ਕੱਢ ਸਕੋਗੇ। ਟੋਟਲ ਅਰਬੀ। ਗੀਤਾ ਜੀ ਮਹਾਨ ਗਿਆਨ ਦਾ ਗ੍ਰੰਥ ਹੈ, ਉਹ ਮੇਰੇ ਕੋਲ ਤਾਂ ਬੜਾ ਸਾਰਾ ਪਿਆ ਹੈ, ਮੈਨੂੰ ਦਿਖਦਾ ਆਪੇ ਹਟ ਜਾਣਾ। ਮੈਂ ਅੱਜ ਖੇ ਆਖੋ ਸਤ ਨੇ ਜ਼ੋਰ ਜ਼ਿਆਦਾ ਮੇਰਾ ਲੱਗਦਾ, ਹਟਣ ਦਾ ਫਿਕਰ ਨਾਲ ਦਿਆਂ ਨੂੰ।
फिर आखो सतनाम श्री। तो प्रेमियों, गीता महान ज्ञान का सागर है, पर संस्कृत तो बिना एक अखर भी वो चो नहीं लभेगा। बाइबल महान ग्रंथ है, अंग्रेजी तो बिना एक अखर नहीं कढोगे। धम्म महात्मा बुद्धा बहुत महान ग्रंथ है, पर हिंदी तो बिना कख नहीं मिलूगा। जितने भी ग्रंथ आ बैठे बाबा, हिंदी पढ़ लो, पश्तो पढ़ लो, उर्दू पढ़ लो, पंजाबी पढ़ लो, संस्कृत पढ़ लो, परशियन पढ़ो। ਇਹਦੇ ਵਿੱਚੋਂ ਕਿਹੜੀ ਭਾਸ਼ਾ ਜਿਹਨੂੰ ਨਾਂ ਨਹੀਂ? ਬੰਗਾਲੀ, ਮਰਾਠੀ। ਜੇ ਇੱਕ ਸ਼ਬਦ ਤੁਸੀਂ ਯਾਦ ਕਰ ਲਓ ਨਾ ਬਾਣੀ ਦਾ, ਤੇ ਗੰਗਾ ਨਗਰ ਤੋਂ ਜਾ ਕੇ ਪਰੇ ਜੈਪੁਰ ਜੋਧਪੁਰ ਪੜ੍ਹਨ ਲੱਗ ਜਾਓ, ਤੁਹਾਨੂੰ ਉਹ ਰਾਜਸਥਾਨੀ ਆਉਣ ਨਹੀਂ ਦਿੰਦੇ, ਕਹਿਣਗੇ ਸਾੜਾ ਹੀ ਹੈ। ਅਜਖੇ ਆਖੋ ਸਤਨਾਮ। ਗਰਭ ਗਹਿਲੜੋ ਮੂਢੜੋ ਹੀਓਰੀ ਹੀਓਰੀ ਮਹਾਰਾਜਰੀ ਗਾਠੜੀਓ। ਜੇ ਜੋਧਪੁਰ ਜਾ ਕੇ ਪੜ੍ਹ ਦੋ ਬਾ ਖਿੱਚ ਲੈ ਜਾਣਗੇ ਤੁਹਾਨੂੰ, ਇਹ ਤਾਂ ਸਾੜਾ ਹੀ ਭਾਈ ਵਿਗੜਿਆ ਫਿਰਦਾ ਕੋਈ। ਤੇ ਜੇ ਬਾਬੇ ਨਾਨਕ ਦਾ ਇੱਕ ਸ਼ਬਦ ਪੜ੍ਹ ਕੇ ਅਰਬ ਕੰਟਰੀ 'ਚ ਪੜ੍ਹ ਦੋ ਨਾ ਜਾ ਕੇ, ये अर्ज गुप्तंग पेश तो दरगोश कुन करतार हका कबीर करीम तू बेऐब परबिदगार। दुनिया मुकामे फानी तहकीक दिलदानी मम शर्म हुए अजराइल। गिरफत दिल हेच नदानी जान पिशर पशर बरादरा कशनेश दस्तंगीर। आखिर बेफ्तंग कशनादार चू शब्द तकबीर। शब रोज गस्तम दर हवा कर देम बदी ख्याल। गाहे न नेकी कार करदम मम ईचनी अहवाल। बदबख्त हम चुबखील गाफल बेनजर बेबाक। नानक बगोयद जन तुरा तेरे चाकरां पाखा। कैसी सुध फारसी, ओनू भी जगह देती। संस्कृत मैं सत्कार नाल मान नाल कहने कि जिन्नी शुद्ध संस्कृत गुरु ग्रंथ साहब विच आई है, तुहानू किसी ग्रंथ विच लभणी होनी। पढ़ो पंडित जयदेव का श्लोक, जिहड़ा महान विद्वान सी संस्कृत का। परमाद पुरख मन्यो उपमंग सतियाद भाव रतन। वो तो बड़ी सखाली है संस्कृत। जदों पढ़ी गुरसिख प्यारे, कटाई मेरी बहुत हुंदी सी। पंडित बहुत वड्डे सी जिन्होंने पढ़ाया, पंडित रघुबर दास महाराज। हरिद्वार तो पंडित पढ़न आउंदे सी संस्कृत उन्हां कोल। नरम भी बहुत सी, कुटते भी बहुत सी। साढ़े पिंड हुंदा सी कि नांगा जूरा सिंह। जब सानू कुटना ना उन्होंने, उन्हें कहना मुंडिया क्यों साध दे खड़े पे, छड्डो इहदा खड़ा, संस्कृत कोई पढ़ने वाली गल है? एवें कुटी जांदा थानू। असीं कहा जी संस्कृत नहीं पढ़ांगे, बाणी दे अर्थां दा किवें पता लगू? कहंदा मैं सुणा दिंदा। आउंदा उहनूं ऊड़ा नहीं था, कहंदा मैं सुणा दिंदा। असीं हैरान भी ये तो ऊड़ा नहीं जानता, संस्कृत कित्थे सुणाऊ? असीं कह देना सुणा लो, दी संस्कृत सुन लो। कहंदा कौलियां गड़बियां कड़छियां गलासां झग्गियां कशहरियां पग्गां। कहंदा पिछे ते बिंदियां लाई जाओ, संस्कृत हो जाती है। ला वेखो उन्हें दा पाल मूले साड़ी भाह दी बनी हुई, उन्हें मिंट च सुणाती बैठे बैठे। कहंदा कौलियां गलासां कड़छियां चमचियां थालियां परातां। कहंदा पिछे ते बिंदियां लाई जाओ, कहना संस्कृत पढ़ लो। एक श्री गुरु ग्रंथ साहब है जिहदे विच सारियां भाषा नूं जगह दित्ती गई, सारे धर्मां नूं, सारियां जात पातां नूं एक सार गुरसिख प्यारिओ। ਉਹ ਗੱਲ ਇੱਥੇ ਵਰਤੀ ਹੈ 12 ਮਹਾਂ ਵਿੱਚ ਕਿ ਸਭਨਾਂ ਨੂੰ ਕਰ ਦਾਨ। ਕਿਸ ਸੰਗਤ ਵਿੱਚ ਤੂੰ ਜਾਣਾ ਜਿੱਥੇ ਇੱਕ ਵਾਹਿਗੁਰੂ ਦਾ ਨਾਮ ਹੋਵੇ ਤੇ ਉਹ ਨਾਮ ਵੀ ਇਦਾਂ ਵੰਡਿਆ ਜਾਵੇ ਕੋਈ ਫਰਕ ਨਾ ਹੋਵੇ, ਸਭਨਾਂ ਨੂੰ ਬਰਾਬਰ। ਇੱਥੇ ਦੋਏ ਦਾਨ ਬਰਾਬਰ ਨੇ ਤੁਹਾਡੇ ਗੁਰੂ ਘਰ ਵਿੱਚ, ਭੋਜਨ ਵੀ ਤੇ ਭਜਨ ਵੀ, ਲੰਗਰ ਵੀ ਜਿਹੜਾ ਮਰਜ਼ੀ ਛਕ ਜਾਵੇ ਤੇ ਕੀਰਤਨ ਕਥਾ ਵੀ ਜਿਹੜਾ ਮਰਜ਼ੀ ਸੁਣ ਜਾਵੇ, ਕਿਸੇ ਨੂੰ ਪੁੱਛਣਾ ਨਹੀਂ ਤੂੰ ਕੌਣ ਹੈ। ਗੁਰੂ ਅਰਜਨ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਮਾਘ ਦਾ ਮਹੀਨਾ ਆ ਗਿਆ। ਇੱਕ ਸਿੱਖ ਕਹਿੰਦਾ ਮਹਾਰਾਜ ਕਿ ਮੈਂ ਤਾਂ ਹਰਿਦੁਆਰ ਜਾ ਕੇ ਆਉਣਾ, ਮਾਘੀ ਦੇ ਇਸ਼ਨਾਨ ਕਰਨੇ, ਹਰਿਦੁਆਰ ਦਾ ਮੇਲਾ ਵੇਖਣਾ। ਸਤਿਗੁਰ ਕਹਿੰਦੇ ਭਾਈ ਤੂੰ ਤਾਂ ਨਿੱਤੇ ਸੰਗਤ ਦੇ ਮੇਲੇ ਵਿੱਚ ਰਹਿਣਾ, ਤੈਨੂੰ 1-2 ਦਿਨ ਦੇ ਮਹੀਨੇ ਦੀ ਕੀ ਲੋੜ ਹੈ। ਉਹ ਕਹਿੰਦਾ ਨਹੀਂ ਮਹਾਰਾਜ, ਬਾਬੇ ਦਾਦਿਆਂ ਤੋਂ ਜਾਣੇ, ਮੈਂ ਤਾਂ ਜ਼ਰੂਰ ਜਾਣਾ ਹਰਿਦੁਆਰ। ਮੈਨੂੰ ਥੋੜੀ ਜਿਹੀ ਮਾਇਆ ਦੇ ਦਿਓ, ਬਸਤਰ ਦੇ ਦਿਓ,
ਸਰਦੀ ਦੇ ਮੌਸਮ ਦਾ ਮੇਲਾ ਹੈ ਮਾਘੀ ਦਾ। ਸਤਿਗੁਰਾਂ ਨੇ ਮਾਇਆ ਵੀ ਦੇ ਦਿੱਤੀ, ਬਸਤਰ ਦੇ ਦਿੱਤੇ, ਇੱਕ ਦੋ ਬਰਤਨ। ਤੁਹਾਨੂੰ ਪਤਾ ਉਦੋਂ ਯਾਤਰੂ ਜਾਂਦੇ ਸੀ ਬਰਤਨ ਨਾਲ ਲਿਜਾਂਦੇ ਹੁੰਦੇ ਸੀ, ਕਮੰਡਲ ਆਦਿਕ, ਪਾਣੀ ਨਹੀਂ ਸੀ ਮਿਲਦੇ। ਚਲਿਆ ਗਿਆ ਹਰਿਦੁਆਰ ਤੇ ਬੜੇ ਰੰਗ ਮੇਲੇ, ਦੀਵਾਨ ਸਜਣ, ਭੰਡਾਰੇ। ਉੱਥੇ ਬਹੁਤਾ ਇਕੱਠ ਭਾਈ ਤਾਂ ਹੁੰਦਾ, ਇਸ ਤਾਂ ਜਾਂਦੇ ਰਹਿੰਦੇ ਨਾ ਮਾਘ ਦੇ ਮਹੀਨੇ। ਉੱਥੇ ਹੁੰਦੇ ਆ ਭੰਡਾਰੇ ਸੇਠਾਂ ਦੇ, ਤੇ ਇੰਨੇ ਭੰਡਾਰੇ ਮਾਘ ਦੇ ਮਹੀਨੇ ਉਹਨੇ ਕਿ ਛਕਣ ਵਾਲੇ ਨਹੀਂ ਲੱਭਦੇ। ਤੇ ਮਿੰਨਤਾਂ ਕਰਕੇ ਲਿਜਾਨੇ ਆ, ਤੈਨੂੰ 51 ਰੁਪਏ ਦੇਵਾਂਗੇ, ਆ ਜਾ ਛਕ ਜਾ, ਅੱਜ ਖੇ ਅਖੋ ਸਤਨਾਮ ਹੈ, ਤੈਨੂੰ 71 ਦੇਵਾਂਗੇ। ਹੁਣ ਜਿਹਨੇ 6 ਜਗ੍ਹਾ ਛਕ ਲਿਆ ਤੇ 300 ਹੋ ਗਿਆ, ਅੱਜ ਖੇ ਅਖੋ ਸਤਨਾਮ। ਜ਼ਿਆਦਾ ਟੋਲਾ ਆ ਜਾਂਦਾ ਉੱਥੇ ਮਾਘ ਦੇ ਮਹੀਨੇ। ਬਸ 10 ਜਗ੍ਹਾ ਲੰਗਰ ਛਕਣੇ, ਜੇ 31 ਵੀ ਦੇਣਗੇ ਤਾਂ ਵੀ 310 ਹੋ ਗਏ। ਬਹੁਤ ਕੰਮ ਚੱਲਦਾ, ਮਿਹਨਤਾਂ ਕਰ ਕਰਕੇ ਸੇਠ ਛਕਾਉਂਦੇ ਨੇ ਲੰਗਰ। ਸ਼ਰਧਾ ਹੈ ਉਹਨਾਂ ਦੀ ਗੁਰਸਿੱਖ ਪਿਆਰਿਓ। ਉਹਨੇ ਬੜੇ ਲੰਗਰ ਛਕੇ, ਮਾਲ ਪੂੜੇ ਚੱਲਦੇ, ਜਲੇਬੀਆਂ, ਗੁਲਾਬ ਜਾਮਣ, ਬੜੇ ਇਸ਼ਨਾਨ ਕੀਤੇ। ਤੇ ਇੱਕ ਦਿਨ ਇਸ਼ਨਾਨ ਕਰਦਾ ਸੀ ਸ਼੍ਰੀ ਮਾਤ ਗੰਗਾ ਜੀ, ਤੇ ਉਹ ਜਿਹੜਾ ਕਮੰਡਲ ਦਿੱਤਾ ਸੀ ਨਾ ਮਹਾਰਾਜ ਨੇ ਲੰਗਰ ਦਾ, ਉਹਦੇ ਹੱਥ ਤੋਂ ਛੁੱਟ ਗਿਆ ਤੇ ਗੰਗਾ ਵਿੱਚ ਵਹਿ ਗਿਆ। ਆ ਗਿਆ ਇਸ਼ਨਾਨ ਕਰਕੇ, ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਬੜੀ ਕਿਰਪਾ ਹੋ ਗਈ ਤੁਹਾਡੀ, ਬੜਾ ਮੇਲਾ ਵੇਖਿਆ, ਬੜੇ ਇਸ਼ਨਾਨ ਕੀਤੇ, ਬੜੇ ਲੰਗਰ ਛਕੇ, ਬਹੁਤ ਕਿਰਪਾ ਕੀਤੀ ਤੁਸੀਂ, ਮੈਨੂੰ ਮਾਇਆ ਦਿੱਤੀ, ਮੈਂ ਜਾਇਆ। ਪਰ ਇੱਕ ਮੈਥੋਂ ਗਲਤੀ ਹੋ ਗਈ ਕਿ ਉਹ ਜਿਹੜਾ ਤੁਸੀਂ ਕਮੰਡਲ ਦਿੱਤਾ ਸੀ ਉਹ ਗੰਗਾ ਵਿੱਚ ਵਹਿ ਗਿਆ। ਸਤਿਗੁਰ ਕਹਿੰਦੇ ਕੋਈ ਗਲਤੀ ਨਹੀਂ ਹੋਈ, ਤੂੰ ਤਾਂ ਬਾਅਦ ਵਿੱਚ ਆਇਆ, ਉਹ ਤਾਂ ਉਸੇ ਦਿਨ ਸਾਡੇ ਕੋਲ ਆ ਗਿਆ। ਤਾਂ ਗੰਗਾ ਵਿੱਚ ਰੁੜਿਆ ਕਮੰਡਲ, ਉਹ ਤਾਂ ਆ ਗਿਆ ਸਾਡੇ ਕੋਲ। ਉਹ ਸਿੱਖ ਸ਼ਰਮਿੰਦਾ ਜਾ ਹੋਵੇ ਕਿ ਮੈਨੂੰ ਸ਼ਰਮਿੰਦਾ ਕਰਦੇ ਨੇ ਮਹਾਰਾਜ। ਨਹੀਂ ਮਹਾਰਾਜ, ਉਹ ਤਾਂ ਹਰਿਦੁਆਰ ਰੁੜਿਆ ਹਰ ਕੀ ਪੌੜੀ ਤੇ, ਇੱਥੇ ਕਿਵੇਂ ਆ ਜਾਊਗਾ। ਸਤਿਗੁਰ ਕਹਿੰਦੇ ਮੰਨ ਲੈ, ਆ ਗਿਆ, ਉਸੇ ਦਿਨ ਆ ਗਿਆ ਸੀ। ਮਹਾਰਾਜ ਨੂੰ ਕਹਿੰਦਾ ਦਿਖਾਓ ਮਹਾਰਾਜ ਕਿੱਥੇ ਆਇਆ। ਸਤਿਗੁਰ ਉੱਠੇ ਸੰਗਤ ਨਾਲ, ਉਹ ਬੋੜਾ ਜਿਹਾ ਖੂਹ ਸੀ ਉੱਥੇ। ਸਿੱਖ ਨੂੰ ਕਹਿੰਦੇ ਦੇਖਤਾ ਵਿੱਚ ਝੁਕ ਕੇ। ਜਦੋਂ ਸਿੱਖ ਨੇ ਵੇਖਿਆ ਤੇ ਉਹ ਕਮੰਡਲ ਪਾਣੀ ਤੇ ਤਰੇ। ਕਹਿੰਦਾ ਮਹਾਰਾਜ ਭਾਂਡਾ ਤਾਂ ਇੱਕ ਤਰਦਾ ਹੈ, ਪਰ ਇਹ ਨਹੀਂ ਪਤਾ ਕੀ ਹੈ। ਮਹਾਰਾਜ ਨੇ ਕੁੰਡਾ ਪਾਇਆ, ਕਢਾ ਲਿਆ ਸਿੱਖਾਂ ਤੋਂ, ਤੇ ਕਹਿੰਦੇ ਇਸੇ ਨੂੰ ਦੋ ਪਛਾਣੇ ਵੀ ਉਹੀ ਹੈ ਕੋ ਹੋਰ ਹੈ। ਜਦੋਂ ਕਮੰਡਲ ਸਿੱਖ ਨੇ ਵੇਖਿਆ, ਕਹਿੰਦਾ ਮਹਾਰਾਜ ਕਮੰਡਲ ਤਾਂ ਹੈ ਉਹੀ, ਪਰ ਮੈਨੂੰ ਐ ਦੱਸੋ ਵੀ ਡੁੱਬਿਆ ਹਰਿਦੁਆਰ ਤੇ ਨਿਕਲਦਾ ਇੱਥੇ, ਇਹਦਾ ਕਾਰਨ ਕੀ ਹੈ। ਅਰਜਨ ਦੇਵ ਕਹਿੰਦੇ ਸਿੱਖਾ, ਜਿਸ ਤੀਰਥ ਤੇ ਤੂੰ ਗਿਆ ਸੀ, ਉਹ ਜੇ ਸਾਰੇ ਤੀਰਥ ਹਰ ਰੋਜ਼ ਉੱਥੇ ਆ ਕੇ ਜਾਂਦੇ ਨੇ ਜਿੱਥੇ ਸਤ ਸੰਗਤ ਜੁੜਦੀ ਹੈ। ਅੱਜ ਕੇ ਆਖੋ ਸਤਨਾਮ। ਜਦੋਂ ਸੰਗਤ ਚਲੀ ਜਾਂਦੀ ਹੈ, ਉਹ ਧੂੜ ਚੱਕ ਕੇ ਲਿਜਾਂਦੇ ਨੇ ਉੱਥੋਂ ਦੇ ਸੰਗਤ ਦੇ ਚਰਨਾਂ ਦੀ, ਉਹ ਧੂੜੀ ਨਾਲ ਪਵਿੱਤਰ ਹੁੰਦੇ ਨੇ। ਇਹ ਮਾਤ ਗੰਗਾ ਜੀ ਉਸੇ ਦਿਨ ਆਏ ਸੀ ਇੱਥੇ ਸਾਡੇ ਕੋਲ, ਜਿਹੜਾ ਕਮੰਡਲ ਤੇਰਾ ਉੱਥੇ ਰੁੜਿਆ ਸੀ। ਉਸ ਮਾਤਾ ਨੂੰ ਪਤਾ ਸੀ ਇਹ ਗੁਰੂ ਕੇ ਲੰਗਰ ਦੀ ਅਮਾਨਤ ਹੈ, ਇਹ ਗੁਰੂ ਕੇ ਲੰਗਰ ਦਾ ਵਰਤਣ ਹੈ। ਉਹ ਤਾਂ ਉਸੇ ਦਿਨ ਇੱਥੇ ਛੱਡ ਗਈ ਸੀ। ਅਸੀਂ ਕੱਢਿਆ ਤਾਂ ਨਹੀਂ ਵੀ ਤੇਰੇ ਆਏ ਤੇ ਹੀ ਕੱਢਾਂਗੇ। ਨੋਟ ਕਰਿਓ ਹੁਣ ਕਿੱਥੇ ਦਾ ਇਤਿਹਾਸ ਹੈ। ਅੱਜ ਉਸ ਖੂਹ ਦਾ ਹੀ ਨਾਮ ਗੰਗਸਰ ਹੈ, ਗੁਰਦੁਆਰਾ ਗੰਗਸਰ, ਜੈਤੋਂ ਜੀ ਕੇ ਸ਼ਹੀਦ। ਉਸ ਖੂਹ ਦਾ ਨਾਂ ਤਾਂ ਗੰਗਸਰ ਰੱਖ ਹੋਏ ਕਿਉਂਕਿ ਗੰਗਾ ਵਿੱਚ ਡੁੱਬਿਆ ਕਮੰਡਲ ਉਸ ਖੂਹ ਚੋਂ ਨਿਕਲਿਆ। ਤਾਂ ਕੋ ਸਤਨਾਮ। ਇਤਿਹਾਸਕ ਸਥਾਨ ਹੈ ਗੁਰਦੁਆਰਾ ਗੰਗਸਰ। ਜਿਤਨੇ ਵੀ ਤੀਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ, ਮੋਹਰ ਲਾ ਦਿੱਤੀ ਕਿ ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਕੋਈ ਨਾ ਮੰਨੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜਿਹੜੇ ਨਹੀਂ ਮੰਨਦੇ, ਪਰ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇੱਕ ਤਾਂ ਅਟਲ ਹੈ। ਮਹਾਰਾਜ ਨੇ ਫੈਸਲਾ ਕਰਤਾ ਜਿਤਨੇ ਦੇਵੀ ਦੇਵਤੇ ਔਰ ਜਿਤਨੇ ਵੀ ਤੀਰਥ ਨੇ ਉਹ ਸਾਰੇ ਹੀ ਆਉਂਦੇ ਨੇ ਜਿੱਥੇ ਸਾਧ ਸੰਗਤ ਦੀ ਧੂੜ ਹੋਵੇ। ਫਿਰ ਸਵਾਲ ਪੈਦਾ ਹੋ ਗਿਆ ਵਿੱਚ ਇੱਕ ਕਿ ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਚਾਰਾਂ ਦਾ ਨਾਂ ਇਕੱਠਾ ਲਿਖਿਆ। ਚਾਰੇ ਪਵਿੱਤਰ ਨਦੀਆਂ ਨੇ।
ते लोचै धूड़ साधु की ताई। ये चार भी साध संगत की धूड़ लोचदियां ने। पुछण वाले ने पुछया कारण की है? नीचे दसता, हुण उत्तर सुनो इहदा की है। उत्तर इन्ना ही है प्रेमियों, तुहाडे घरां विच तौलीए हैंगे ना, थोड़े टावल्स परने हैंगे जिन्हां नाल तुसीं अपना शरीर साफ करदे हो। तौलीए विच गुण है कि तुहाडे हथ पैर लिबड़े ने, तौलीए नाल पोच लो, तुहाडे हथ पैर साफ ते उन्हां दी मैल तौलीआ अपने विच लै लूगा, परना अपने विच लै लूगा। तुहाडा पंडे नूं साफ नहीं करदा, आपां नित करदे। ਇਹ ਭੈਣਾਂ ਬੀਬੀਆਂ ਪੌਣੇ ਰੱਖਦੀਆਂ ਨੇ ਲੰਗਰ ਵਿੱਚ। ਉਹ ਪੌਣਾ ਹੁੰਦਾ ਥਾਲੀ 'ਚ ਫੇਰੋ, ਥਾਲੀ ਸਾਫ਼ ਤੇ ਉਹਦੀ ਮੈਲ ਉਸ ਕੱਪੜੇ ਨੇ ਲੈ ਲੈਣੀ ਹੈ। ਕੌਲੀਆਂ 'ਚ ਫੇਰੋ, ਕੌਲੀਆਂ ਸਾਫ਼। ਆਪਾਂ ਹੱਥ ਪੈਰ ਨਿਤ ਸਾਫ਼ ਕਰਦੇ ਹਾਂ, ਬਾਥ ਵਿੱਚ ਰੱਖਦੇ ਹਾਂ ਆਪਾਂ। ਉਹ ਆਪਣੀ ਮੈਲ ਲੈਂਦਾ ਤੌਲੀਆ। ਪਰ ਇੱਕ ਗੱਲ ਤੁਹਾਨੂੰ ਮੰਨਣੀ ਪਊ कि 7वें दिन फिर तौलिया भी हाथ बंद है। हुण मोगरी मेरे ते भी खड़काओ, अज खे आखो सतनाम। 7वें दिन बीबियां नूं पाउणा भी कहंदा है भी पाओ मैनू हुण पतीले च ते सोडा पाओ विच सर्फ। कहंदा कि नहीं? तुसीं मंनदे इस गल नूं? तौलीए नूं धोना पैंदा कि नहीं? पहलों थोड़ी मैल लई गया, फिर ओहदी मैल भी कोई कढो। यही बाणी ने जवाब दिता है कि किल विख मैल भरे परे हमरे विच। ओ तीर्थों तुहानू संगत विच जाण दी की लोड़ है? उन्होंने जवाब दिता, दुनिया दे पापी लोग आके साडे विच नहाई जांदे ने, अपनी मैल साडे विच छड़ जांदे ने। जद असीं मैल नाल भर जाने, फिर असीं भी टोलदे कोई रब दा प्यारा मिले जिहड़ा सानू भी धो देवे। किल विख मैल भरे परे हमरे विच, हमरी मैल साधु की धूर गवाई। दुनिया दी मैल असीं कटदे, दुनिया दी मैल असीं लै लैंदे, जिवें तौलिया ले लैंदा, पर फिर साडी मैल जिथे सत संगत जुड़दी है, जिथे वाहिगुरू दा भजन हुंदा है, जिथे सेवा सिमरन है, परोपकार है, ये गुण जिथे हन उन्हां दी धूड़ फिर साडी मैल कटदी है। इसे करके एक होर सियाणे बैठे हो, नाम नूं तीरथ तो वड्डा क्यों के? तीर्थ नूं छोटा ते नाम नूं वड्डा। बाई को गुण है विच, तीर्थ नूं मैल लगदी है, नाम नूं कदे मैल नहीं लगदी। मज्जन संग साधुआं धूड़ी कर इशनान। महाराज कहंदे उत्थे आउंदे ने जिथों संगत उठ के चली जाती है, फिर उथों दी धूड़ी इकट्ठी करके ले जाते ने। वो धूड़ फिर तीर्थां विच पाउने। सानू भी बचन कर लै इशनान मना संगतां दी धूड़ी, कर लै इशनान मना संगतां दी धूड़ी दे विच। तीर्थ भी लोचदे संगतां दी धूड़ी, तीर्थ भी लोचदे संगतां दी धूड़ी ताई। संगतां दी धूड़ी ताई, भगतां दी धूड़ी ताई।
ਤੀਰਥ ਵੀ ਲੋਚਦੇ ਸੰਗਤਾਂ ਦੀ ਧੂੜੀ ਤਾਈ। ਸ਼੍ਰੀ ਗੁਰੂ ਅਰਜਨ ਦੇਵ ਕਹਿੰਦੇ ਸਿੱਖਾਂ ਸਾਰੇ ਤੀਰਥ ਉੱਥੇ ਇਕੱਠੇ ਹੁੰਦੇ ਨੇ। ਇਹ ਗੁਰਬਾਣੀ ਵਿੱਚ ਵੀ ਲਿਖ ਦਿੱਤਾ 68 ਤੀਰਥ ਜੈ ਸਾਧ ਪੱਗ ਧਰੈ। ਸਾਧ ਕੋਈ ਕੱਲਾ ਨਹੀਂ। ਜਦ ਤੁਸੀਂ ਡੁੱਬ ਗਏ ਸਰੋਵਰ ਵਿੱਚ ਤੁਹਾਡੀ ਮੈਂ ਨਿਕਲ ਗਈ, ਆਪੇ ਤੋਂ ਪਰੇ ਚਲੇ ਗਏ, ਉਦੋਂ ਜਿੰਨੇ ਵੀ ਤੁਸੀਂ ਬੈਠੇ ਹੁਣ ਸਾਧੂ ਹੋ, ਤੁਸੀਂ ਹੁਣ ਸੰਤ ਹੋ ਤੁਸੀਂ। ਕਿਉਂ? ਹੁਣ ਸੰਗਤ ਝੂਠ ਦੀ ਨਹੀਂ, ਹੁਣ ਸੰਗਤ ਸੱਚ ਦੀ ਹੈ। ਅਜ ਕੇ ਆਖੋ ਸਤਿਨਾਮ। ਕਿਉਂ ਸੰਗਤ ਇਹ ਨਹੀਂ ਕਹਿਣੀ ਕਿ ਬਾਣੀ ਕਥਾ ਕੀਰਤਨ ਸੁਣਦੇ ਹੋ ਕਿਸੇ ਸੰਤ ਦਾ, ਤਾਂ ਨਹੀਂ। ਇੱਥੇ ਵੀ ਫਰਕ ਹੈ। ਜਿਹੜੀ ਮੈਂ ਆਪਣੀ ਹੋਂਦ ਹੈ ਇਹ ਝੂਠ ਹੈ। ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਉਹ ਮਰਨਾ ਹੋਰ ਹੈ ਜਿਹੜਾ ਸਵਾਸਾਂ ਦਾ। ਅਸਲ ਮਰਨਾ ਕੀ ਹੈ? ਜਿਹੜਾ ਜਿਉਂਦਾ ਹੀ ਮੈਂ ਨੂੰ ਛੱਡ ਦੇਵੇ, ਉਹ ਹੈ ਅਸਲ ਮਰਨਾ। ਉਹ ਪ੍ਰਵਾਨ ਹੈ ਪਰਮਾਤਮਾ ਨੂੰ। ਜਿਹੜਾ ਜਿਉਂਦਾ ਹੀ ਕਵੇ ਮੈਂ ਨਹੀਂ ਹੈ, ਇਸੇ ਨੂੰ ਤਾਂ ਕਹੇ ਨਾ ਫਿਰ ਸੇਵਕ ਕੌਣ ਬਣੂਗਾ? ਖੰਡ ਪਾਠ ਕਰਾਉਣ ਵਾਲਾ, ਕਥਾ ਕੀਰਤਨ ਕਰਨ ਵਾਲਾ, ਚੋਲਾ ਪਾਉਣ ਵਾਲਾ, ਕੰਬਰ ਛਕਣ ਵਾਲਾ, ਤਿਲਕ ਲਾਉਣ ਵਾਲਾ ਕਿ ਜਨੇਊ ਪਾਉਣ ਵਾਲਾ, ਪੰਜ ਬਾਣੀਆਂ ਪੜ੍ਹਨ ਵਾਲਾ ਕਿ ਪੰਜ ਨਵਾਜ਼ਾਂ ਪੜ੍ਹਨ ਵਾਲਾ, ਜਪਜੀ ਪੜ੍ਹਨ ਵਾਲਾ ਕਿ ਗਾਇਤਰੀ ਹਨੂਮਾਨ ਚਾਲੀਸਾ ਵਾਲਾ ਸੇਵਕ ਬਣੋ? ਕੋਈ ਵੀ ਨਹੀਂ ਲਿਸਟ ਵਿੱਚ। ਕਿਸੇ ਨੂੰ ਇਹਨੇ ਲਿਸਟ ਨਹੀਂ ਕੀਤਾ। ਕਿਹਨੂੰ ਲਿਸਟ ਵਿੱਚ ਕੀਤਾ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਗਲ ਕੀ ਰੇਣ ਕਾ ਆਓ ਹਮਾਰੇ।